हाँ जी, वेलकम टू कैरियर रिक्वेस्ट। पिछले ਵੀਡੀਓ ਵਿੱਚ ਆਪਾਂ ਨੇ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ 16 ਅਕਤੂਬਰ 2022 ਨੂੰ ਜਿਹੜਾ ਪੇਪਰ ਹੋਇਆ ਸੀਗਾ ਉਹ ਡਿਸਕਸ ਕੀਤਾ ਸੀਗਾ ਪਾਰਟ 1। ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 2 ਦੂਜਾ ਪਾर्ट। पहले पार्ट ਵਿੱਚ टोटल 30 क्वेश्चन आए ਸੀਗੇ। पहले पार्ट ਵਿੱਚ ਆਪਾਂ ने 15 क्वेश्चन डिस्कस किए। ठीक है, बहुत ही ढासू तरीके से डिस्कस किए थे। ठीक है, हिंदी में बोले तो ठीक है, पंजाबी ਦੇ ਵਿੱਚ ਤਾਂ जो मर्जी कह लो, बहुत ਵਧੀਆ ਤਰੀਕੇ ਨਾਲ डिस्कस ਕੀਤਾ ਸੀਗਾ ਤੇ ਸ਼ਾਰਟਕਟ ਵੀ ਦੇਖਿਆ ਸੀਗਾ ਆਪਾਂ ਨੇ। ਕਾਫੀ ਲੌਂਗ ਕੁਐਸਚਨ ਨੂੰ ਕਾਫੀ ਸ਼ਾਰਟ ਤਰੀਕੇ ਨਾਲ ਵੀ ਕੀਤਾ ਸੀਗਾ। ਠੀਕ ਹੈ, ਤੇ ਹੁਣ ਦੇਖਾਂਗੇ ਇਹ ਬਚੇ ਹੋਏ ਜਿਹੜੇ 15 ਕੁਐਸਚਨ ਨੇ ਉਹਨਾਂ ਨੂੰ ਕਿਵੇਂ ਸੋਲਵ ਕਰਨਾ ਹੈਗਾ ਤੇ ਉਹਨਾਂ ਦੇ ਬੇਸਿਕ ਮੈਥਡ ਪਲੱਸ ਸ਼ਾਰਟਕਟ ਮੈਥਡ ਕੀ ਹੈਗੇ। ਅਗੇਨ ਮੈਂ ਉਮੀਦ ਕਰਦਾ ਕਿ ਇਹ ਪ੍ਰੀਵੀਅਸ ਈਅਰ ਦੇਖਣ ਤੋਂ ਪਹਿਲਾਂ ਨਾ ਤੁਹਾਡੇ ਤੁਸੀਂ ਨਾ ਇੱਕ ਵਾਰ ਸਾਰੇ ਚੈਪਟਰਸ ਤੋਂ ਨਾ ਗੋ ਥਰੂ ਹੋ ਜਾਓ। ਪ੍ਰੀਵੀਅਸ ਈਅਰ ਦੇਖਣ ਦਾ ਮਤਲਬ ਇਹੀ ਹੁੰਦਾ ਕਿ ਮੈਨੂੰ ਜਿਹੜੇ ਚੈਪਟਰ ਨੇ ਉਹ ਆਂਦੇ ਹੈਗੇ ਨੇ ਉਹਨਾਂ ਦੀ ਥੋੜੀ ਬਹੁਤ ਬੇਸਿਕ ਨੌਲੇਜ ਹੈਗੀ ਹੈ। ਜੇ ਤੁਹਾਨੂੰ ਚੈਪਟਰਸ ਦੀ ਬੇਸਿਕ ਨੌਲੇਜ ਹੀ ਨਹੀਂ ਹੈ, ਜੇ ਤੁਹਾਨੂੰ ਇਹੀ ਨਹੀਂ ਪਤਾ ਕਿ ਪਰਸੈਂਟੇਜ ਕਿਵੇਂ ਕੱਢਣਾ ਹੈਗਾ ਜਾਂ ਪਰਸੈਂਟੇਜ ਕਿਵੇਂ ਕੱਢਦੇ ਨੇ, ਤਾਂ ਪ੍ਰੀਵੀਅਸ ਈਅਰ ਦੇਖਣ ਦਾ ਵੀ ਕੋਈ ਫਾਇਦਾ ਨਹੀਂ। ਤਾਂ ਇੱਕ ਵਾਰ ਆਪਣੇ ਬੇਸਿਕ ਕੰਪਲੀਟ ਕਰ ਲਓ, ਉਸ ਤੋਂ ਬਾਅਦ ਇਹ ਚੈਪਟਰ ਆ ਪ੍ਰੀਵੀਅਸ ਈਅਰ ਦੀ ਵੀਡੀਓਜ਼ ਦੇਖ ਲਓ ਤਾਂ ਫਾਇਦਾ ਹੋਏਗਾ। ਠੀਕ ਹੈ, ਅਦਰਵਾइज ਘੱਟ ਸਮਝ ਆਏਗਾ, ਸਮਝ ਤਾਂ ਆ ਜਾਏਗਾ ਪਰ ਘੱਟ ਆਏਗਾ, ਪਤਾ ਨਹੀਂ ਲੱਗੇਗਾ ਕਿ ਕਿਵੇਂ ਨਿਕਲ ਗਿਆ। ਠੀਕ ਹੈ, ਚਲੋ ਚੈੱਕ ਕਰਦੇ 2 ਤੋਂ 16th क्वेश्चन। पार्ट 1 ਵਿੱਚ ਆਪਾਂ ਨੇ ਪਹਿਲੇ 15 क्वेश्चन देख ਲਏ ਸੀਗੇ। ਹੁਣ 16th क्वेश्चन ਕੀ ਹੈਗਾ, the remainder when 2 raised to power 64 is divided by 255। ਦੇਖੋ 2 ਦੀ ਪਾਵਰ 64 ਹੈਗੀ ਹੈ, ਉਸ ਨੂੰ 2 ਦੀ ਪਾਵਰ 64 ਨੂੰ 255 ਨਾਲ ਡਿਵਾਈਡ ਕਰਨਾ, ਉਸ ਤੋਂ ਬਾਅਦ ਰਿਮਾਈਂਡਰ ਦੱਸਣਾ ਕਿੰਨਾ ਆਏਗਾ। 2 ਦੀ ਪਾਵਰ 64 ਤਾਂ ਬਹੁਤ ਔਖਾ ਹੈ ਕੱਢਣਾ, ਆਪਾਂ ਨੇ ਕੱਢਣਾ ਥੋੜੀ ਨਾ ਹੈਗਾ। ਠੀਕ ਹੈ, 2 ਦੀ ਪਾਵਰ 64 ਆਪਾਂ ਕਿਹਦੇ ਨਾਲ ਡਿਵਾਈਡ ਕਰ ਰਹੇ ਨੇ, 255 ਨਾਲ। ਤੁਸੀਂ ਮੈਨੂੰ ਇੱਕ ਗੱਲ ਦੱਸੋ, 2 ਦੀ ਹੁਣ ਇਹ ਨਾ ਕਾਮਨ ਸੈਂਸ ਹੈਗੀ ਹੈ, ਇੱਕ ਕਸ਼ਟ ਕਰ ਰਿਹਾ ਉਹ ਤੁਸੀਂ ਕਸ਼ਟ ਕਰ ਲੈਣਾ, ਮੈਂ ਦੱਸ ਦੇਣਾ ਕੀ ਕਰਨਾ ਹੈਗਾ। 2 ਦੀ ਪਾਵਰ 1 ਤੋਂ ਲੈ ਕੇ 2 ਦੀ ਪਾਵਰ 10 ਤੱਕ ਨਾ ਤੁਸੀਂ ਯਾਦ ਕਰ ਲਓ ਵੀ 2 ਦੀ ਪਾਵਰ 1 ਕਿੰਨੀ ਹੁੰਦੀ ਹੈ 2, 2 ਦੀ ਪਾਵਰ 2 ਕਿੰਨੀ ਹੁੰਦੀ ਹੈ 4, 2 ਦੀ ਪਾਵਰ 5 ਕਿੰਨੀ ਹੁੰਦੀ ਹੈ 32, 2 ਦੀ ਪਾਵਰ 6 ਕਿੰਨੀ ਹੁੰਦੀ ਹੈ 64। ਇਸ ਤਰੀਕੇ ਨਾਲ ਹੁਣ ਜੇ ਰੈਂਡਮਲੀ ਪੁੱਛ ਰਿਹਾ 2 ਦੀ ਪਾਵਰ 9 ਕਿੰਨੀ ਹੁੰਦੀ ਹੈ, ਮੂੰਹ ਚੋਂ ਨਿਕਲਣਾ ਚਾਹੀਦਾ 512। 2 ਦੀ ਪਾਵਰ 10 ਕਿੰਨੀ ਹੁੰਦੀ ਹੈ 1024। ਠੀਕ ਹੈ, ਤਾਂ 2 ਦੀ ਪਾਵਰ 1 ਤੋਂ ਲੈ ਕੇ 10 ਤੱਕ ਨਾ ਯਾਦ ਕਰ ਲਓ। 3 ਦੀ ਪਾਵਰ 1 ਤੋਂ ਲੈ ਕੇ 3 ਦੀ ਪਾਵਰ 7 ਤੱਕ ਯਾਦ ਕਰ ਲਓ, ਸੌਖਾ ਹੋ ਜਾਏਗਾ ਕੰਮ ਤੁਹਾਡੇ ਲਈ। ਠੀਕ ਹੈ, ਅਦਰਵਾइज ਔਖਾ ਤੁਹਾਡਾ ਹੀ ਹੈ। 7 ਦੀ ਪਾਵਰ 1 ਤੋਂ ਲੈ ਕੇ 7 ਦੀ ਪਾਵਰ 4 ਤੱਕ, ਇਹ ਵੀ 4 ਤੱਕ ਯਾਦ ਕਰ ਲਓ। ਠੀਕ ਹੈ, ਇੰਨਾ ਯਾਦ ਕਰ ਲੋਗੇ ਨਾ ਤਾਂ ਜ਼ਿਆਦਾ ਈਜ਼ੀ ਹੋਏਗਾ ਮੈਥਡ ਕਰਨਾ। ਹੁਣ 2 ਦੀ ਕਿੰਨੀ ਪਾਵਰ ਜਿਹੜੀ ਹੈਗੀ ਹੈ, ਦੇਖੋ ਡਿਵਾਈਡ ਕਰ ਰਹੇ ਆਪਾਂ 255 ਨਾਲ। 255 ਦੇ ਨੇੜੇ ਤੇੜੇ ਕੋਈ ਐਸਾ ਨੰਬਰ ਹੈਗਾ ਜਿਹੜਾ 2 ਦੀ ਪਾਵਰ ਹੁੰਦੀ ਹੈਗੀ ਹੈ? ਹਾਂ, 256 ਜਿਹੜਾ ਹੈਗਾ ਉਹ 2 ਦੀ ਪਾਵਰ ਵਿੱਚ ਆਉਂਦਾ ਹੈਗਾ। ਤੇ 256 ਕੀ ਹੁੰਦਾ, 2 ਦੀ ਪਾਵਰ 8, 2 ਰੇਜ਼ ਟੂ ਪਾਵਰ 8 ਆਪਾਂ 256 ਹੁੰਦਾ ਹੈਗਾ। ਠੀਕ ਹੈ, ਤਾਂ ਕਿਆ ਮੈਂ ਇਸ 2 ਦੀ ਪਾਵਰ 64 ਨੂੰ ਇਵੇਂ ਲਿਖ ਸਕਦਾ, 2 ਦੀ ਪਾਵਰ 8 ਗੁਣਾ 8 ਲਿਖ ਸਕਦੇ ਹਾਂ। 64 ਨੂੰ 8 ਗੁਣਾ 8 ਲਿਖ ਲਿਆ, 255 ਨਾਲ ਡਿਵਾਈਡ ਕਰਤਾ। 2 ਦੀ ਪਾਵਰ 8 ਇਹਨੂੰ ਬ੍ਰੈਕਟ 'ਚ ਪਾ ਲਓ, ਬਾਹਰ ਹੈਗਾ 8 ਉਰੇ 255। 2 ਦੀ ਪਾਵਰ 8 ਕਿੰਨਾ ਹੁੰਦਾ 256 ਬਟਾ 255, 256 ਉਹਦੀ ਪਾਵਰ 8। ਦੇਖੋ 256 ਦੀ ਪਾਵਰ 8 ਦਾ ਮਤਲਬ ਕੀ ਹੋਇਆ, 256 ਕਿੰਨੀ ਵਾਰ ਆਏਗਾ 8 ਵਾਰ। 256 256 256 256 8 ਵਾਰ ਆਏਗਾ। ਜੇ ਮੈਂ ਕੱਲੇ ਸਿਰਫ 256 ਨੂੰ ਇੱਕ ਵਾਰ ਡਿਵਾਈਡ ਕਰਾਂ, 256 ਨੂੰ 255 ਨਾਲ ਇੱਕ ਵਾਰ ਡਿਵਾਈਡ ਕਰਾਂ ਤਾਂ ਇੱਕ ਤੇ ਕੱਟ ਜਾਏਗਾ, ਰਿਮਾਈਂਡਰ ਕਿੰਨਾ ਆਏਗਾ 1। ਜੇ ਮੈਂ 256 ਨੂੰ 255 ਨਾਲ ਡਿਵਾਈਡ ਕਰਾਂ ਰਿਮਾਈਂਡਰ ਆਏਗਾ 1, ਤਾਂ ਆਪਣਾ ਰਿਮਾਈਂਡਰ ਕਿੰਨਾ ਆ ਜਾਏਗਾ, 256 ਨੂੰ 255 ਨਾਲ ਡਿਵਾਈਡ ਕਰੋ ਰਿਮਾਈਂਡਰ ਆਏਗਾ 1। ਪਾਵਰ ਕਿੰਨੀ ਹੈ 8, ਇਹ ਵਾਲੀ ਪਾਵਰ ਇਸ ਦੀ ਪਾਵਰ ਕਰ ਦੋ, 1 ਦੀ ਪਾਵਰ 8 ਕਿੰਨੀ ਆਏਗੀ 1 ਹੀ ਆਏਗੀ, ਤਾਂ ਆਪਣਾ ਰਿਮਾਈਂਡਰ ਕੀ ਆਏਗਾ 1, ਵਿਚ ਇਜ਼ ਆਪਸ਼ਨ डी आएगा। ठीक है, करना कुछ नहीं है, न्यूमरेटर वाले नंबर ਨੂੰ डिनोमिनेटर ਦੇ ਨੇੜੇ ਤੇੜੇ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। 255 ਦੇ ਨੇੜੇ 256 ਸੀਗਾ 2 ਦੀ ਪਾਵਰ 8, ਤਾਂ ਮੈंने ਬ੍ਰੇਕ ਕਰ ਲਿਆ 64 ਨੂੰ 8 ਗੁਣਾ 8, 2 ਦੀ ਪਾਵਰ 8 256 ਹੁੰਦਾ। 256 ਨੂੰ 255 ਨਾਲ 8 ਭੁੱਲ ਜਾਓ, 56 ਨੂੰ 55 ਨਾਲ ਡਿਵਾਈਡ ਕਰੋ, ਇੱਕ ਰਿਮਾਈਂਡਰ ਆ ਜਾਏਗਾ। ਰਿਮਾਈਂਡਰ ਆ ਗਿਆ 1, ਪਾਵਰ ਕਿੰਨੀ ਹੈ 8, 1 ਦੀ ਪਾਵਰ 8 ਕਰ ਦੋ, ਪਾਵਰ ਜਿੰਨੀ ਵੀ ਹੋਏਗੀ। ਜੇ ਮੰਨ ਲਓ ਪਾਵਰ 7 ਹੁੰਦੀ ਤਾਂ ਮੈਂ ਰਿਮਾਈਂਡਰ ਦੀ ਪਾਵਰ 7 ਕਰ ਦਿੰਦਾ, ਰਿਮਾਈਂਡਰ ਸੀਗਾ 1, 1 ਦੀ ਪਾਵਰ 7 ਕਰ ਦਿੰਦਾ। ਮੰਨ ਲਓ ਜੇ ਪਾਵਰ 16 ਹੁੰਦੀ ਤਾਂ ਮੈਂ 1 ਦੀ ਪਾਵਰ 16 ਕਰ ਦਿੰਦਾ। ਉਰੇ 8 ਸੀਗੀ 1 ਦੀ ਪਾਵਰ 8, 1 ਦੀ ਪਾਵਰ 8 ਕਿੰਨਾ ਆਏਗਾ 1 ਆਏਗਾ, ਤਾਂ ਰਿਮਾਈਂਡਰ 1 ਆਏਗਾ, ਆਪਸ਼ਨ डी। ठीक है, स्क्रीनशॉट ले लो। नेक्स्ट क्वेश्चन ਤੇ ਚੱਲਦੇ ਆਪਾਂ। फाइंड द लीस्ट नंबर विच इज एग्जैक्टली डिविजिबल बाय 4, 9 एंड 15। ठीक, ਆਪਾਂ ਹਾਂ ਯਾਦ ਆਇਆ, ਆਪਾਂ ਰੇਟਿੰਗ ਸਿਸਟਮ ਵੀ ਤਾਂ ਕਰਦੇ ਸੀਗੇ, ਹਰ ਕੁਐਸਚਨ ਨੂੰ ਰੇਟਿੰਗ ਦੇਣਾ। ਠੀਕ ਹੈ, ਪਿਛਲੀ ਵੀਡੀਓ ਵਿੱਚ ਵੀ ਆਪਾਂ ਰੇਟਿੰਗ ਦੇ ਰਹੇ ਸੀਗੇ ਹਰ ਇੱਕ ਕੁਐਸਚਨ ਨੂੰ, ਤੇ ਇਹ ਕੁਐਸਚਨ ਮੈਂ ਕਹਿ ਸਕਦਾ ਕਿ ਹਾਂ 5 ਵਿੱਚੋਂ 3 ਸਟਾਰ ਦਾ ਹੈਗਾ।
ठीक है। जे कंसैप्ट नहीं पता तो फिर 4 स्टार 5 स्टार भी हैगा। कंसैप्ट जे किसी ਨੂੰ ਡੀਸੈਂਟਲੀ ਪਤਾ ਹੋਏਗਾ ਰਿਮਾਈਂਡਰ ਥਿਓਰਮ ਦਾ ਤਾਂ 3 ਸਟਾਰ ਲੈਵਲ ਦਾ ਕੁਐਸਚਨ ਹੈਗਾ ਬਸ ਇਹ। फाइंड द लीस्ट स्क्वायर नंबर, इन्हां विचों केड़ा लीस्ट स्क्वायर नंबर हैगा विच इज एक्जैक्टली डिविजिबल बाय 4 9 एंड 15, जेड़ा 4 ते डिवाइड होएगा 9 ते डिवाइड हो रहा है 15 ते डिवाइड हो रहा है। ठीक है, मैं 1 स्टार दूंगा इस क्वेश्चन को आउट ऑफ 5, एक भी नहीं दूंगा 0.5 स्टार कह लो आउट ऑफ 5 एमबीडी रेटिंग। ठीक है, या फिर क्वेश्चन की रेटिंग कितनी हैगी 0.5 आउट ऑफ 5। क्यों देखो इन्हां विच केड़ा नंबर हैगा जेड़ा किस नाल डिवाइड होना चाहिए 4 9 एंड 15, ਜਿਹੜਾ 625 है ना ये 4 नाल कदे भी डिवाइड नहीं होएगा। 4 की हैगा ईवन नंबर, 4 सिर्फ उसी नंबर ਨੂੰ डिवाइड करेगा ਜਿਹੜਾ ईवन होएगा। ये तो ऑड है, ये हो नहीं सकता, ये भी ऑड है, ये हो नहीं सकता, ये भी ऑड है, ये हो नहीं सकता, बचा की सी। 900 ऐसा परफेक्ट स्क्वायर हैगा ਜਿਹੜਾ 4 नाल भी डिवाइड होएगा 9 नाल भी डिवाइड होएगा 15 नाल तो हो ही रहा हैगा। ठीक है, ये देखना सीगा ਜਿਹੜਾ 4 हैगा वो ईवन नंबर हैगा, ईवन नंबर सिर्फ ईवन नंबर ਨੂੰ ही डिवाइड करेगा, 3 तो ऑड ने बचा 1, ਤਾਂ करके इसकी रेटिंग हैगी 0.5 आउट ऑफ 5। ठीक है, लेवल का क्वेश्चन नहीं हैगा, बच्चे वाला क्वेश्चन हैगा ये। ठीक है, स्क्रीनशॉट ले लो, नेक्स्ट क्वेश्चन से चलते हैं। A certain amount is distributed among x y z, x y z ਨੂੰ certain amount distribute ਕੀਤੀ है, x get 4/5 and y get 1/6 of the whole amount। ठीक है, देखो x ਨੂੰ ਕਿੰਨਾ ਮਿਲਿਆ 4/5 और y ਨੂੰ ਕਿੰਨਾ ਮਿਲਿਆ 1/6 ऑफ होल अमाउंट, मतलब पूरी जिन्नी भी अमाउंट सीगी उसका 4/5 एक्स ਨੂੰ मिलेगा और 1/6 वाई ਨੂੰ मिलेगा। ठीक है, Z ਨੂੰ 15 रुपए मिले तो वाई ਨੂੰ कितना मिलेगा ये दसना हैगा। ठीक है, तो आपां ना एक फिक्स अमाउंट मान लेंगे कि हाँ इन्नी अमाउंट सी, एक्स नहीं लेना, एक्स कदे भी नहीं लेना, तुसी ये मान के चलो। देखो एक्स ਨੂੰ कितना मिलेगा 4/5, वाई ਨੂੰ कितना मिलेगा 1/6, तो तुसी टोटल अमाउंट ਨੂੰ इन्ना लैट कर लो, डिनोमिनेटर विच उरे कितना 5 उरे कितना 6, तुसी लो 5 ते 6 दा एलसीएम। एक्स ਨੂੰ मिले 4/5, डिनोमिनेटर विच 5 हैगा, वाई ਨੂੰ मिले 1/6, डिनोमिनेटर विच 6 हैगा, तुसी लो एलसीएम ऑफ 5 एंड 6, 5 ते 6 दा एलसीएम कितना आएगा 30। ठीक है, तुसी लेट कर लो, लेट अमाउंट इज 30 यूनिट, अमाउंट सीगी वो 30 यूनिट सीगी, तो एक्स ਨੂੰ कितना मिलेगा 4/5 ऑफ 30, 30 ਦਾ 4/5 ही मिलेगा, एक्स ਨੂੰ कितना मिले 4/5 ऑफ होल अमाउंट कितनी है 30, 30 ਦਾ 4/5 कर दो 6 ਤੇ जाएगा, एक्स ਨੂੰ कितना मिल जाएगा 24 यूनिट। ठीक है, वाई ਨੂੰ कितना मिले, वाई ਨੂੰ कितना मिले 1/6 ऑफ 30। मैंने इन्हां दोनों का एलसीएम तां करके लिता सीगा क्योंकि जो मैं कटिंग करूंगा तो ए भी कट जाएगा ए भी कट जाएगा, तां करके मैं एलसीएम लिता सीगा। आई होप सो तुहानू समझ आ गया होना एलसीएम का मतलब की सीगा लेन दा। उरे 5 आ गया तो वाई ਨੂੰ कितना मिलेगा 5 यूनिट। देखो टोटल सीगा, टोटल कितनी यूनिट सीगी 30, एक्स ਨੂੰ कितना मिल गया 24, वाई ਨੂੰ कितना मिल गया 5, 24 ਤੇ 5 कितना ਹੁੰਦਾ 29, तो Z ਨੂੰ कितना मिलेगा 30 माइनस एक्स ਨੂੰ मिले 24, वाई ਨੂੰ मिले 5, 30 माइनस 29, Z ਨੂੰ कितना मिलेगा 1 यूनिट मिलेगा। Z ਨੂੰ मिले 1 यूनिट, उरे Z ਨੂੰ कितना मिले इफ Z गेट्स ₹15, Z ਨੂੰ ਇੱਥੇ मिले 1 यूनिट, उरे कितना मिले 15 रुपया, तो 1 यूनिट की वैल्यू कितनी आएगी 15 रुपया। वाई का कितना है, वाई की वैल्यू कितनी है 5 यूनिट, 1 यूनिट की वैल्यू 15 रुपए, 5 यूनिट की वैल्यू कितनी आएगी 15 गुना 5 75 रुपीज़, वाई ਨੂੰ कितना मिले होना 75 रुपीज़, ऑप्शन बी। क्लीयर, ईजी क्वेश्चन सीगा ये वैसे। ठीक है, बस डिनोमिनेटर का एलसीएम लेना हैगा, वैल्यूज पुट करके एक्स का शेयर कटना, वाई का शेयर कटना, Z का कितना आ जाएगा टोटल शेयर विचों एक्स ते वाई का माइनस करके वो Z का शेयर आ जाएगा, उस दे नाल आपां कंपेयर कर लांगे 1 यूनिट की वैल्यू 15, 5 यूनिट की वैल्यू 75, वाई का शेयर आ जाएगा 75 रुपीज़। ठीक है, स्क्रीनशॉट ले लो, नेक्स्ट क्वेश्चन से चलते हैं आप। हाँ, अ रेक्टेंगुलर parking area of 64 meter square is adjacent to a house. The 3 sides of this area are fenced and the 4th side is common with the house. If the length of the fenced side is 24 meter in total,
then the dimension of the parking area is। देखो क्वेश्चन अच्छा हैगा, काफी अच्छा हैगा, सोचन वाला क्वेश्चन हैगा, ठीक है, अच्छा क्वेश्चन ਲੈਵਲ। ਹਾਂ ਪਿਛਲੇ क्वेश्चन ਦੀ ਰੇਟਿੰਗ ਤਾਂ ਆਪਾਂ ਦੇਖ ਲੈਂਦੇ। ਪਿਛਲਾ क्वेश्चन ਜਿਹੜਾ ਸੀਗਾ ਵਧੀਆ क्वेश्चन ਸੀਗਾ, ਇਸ ਨੂੰ ਆਪਾਂ 3 ਸਟਾਰ ਦੇ ਦਿੰਦੇ ਆ ਆਊਟ ਆਫ 5, ਠੀਕ ਹੈ, ਆਊਟ ਆਫ 5 3 ਸਟਾਰ ਰੇਟਿੰਗ ਦੇ ਦਿੰਦੇ ਆਪਾਂ। ਇਹ ਵਾਲਾ क्वेश्चन ਕੀ ਕਹਿ ਰਿਹਾ, ਤੁਹਾਡੇ ਕੋਲ ਨਾ ਇੱਕ ਰੈਕਟੈਂਗੂਲਰ ਪਾਰਕ ਹੈਗਾ, ਉਸ ਦਾ ਏਰੀਆ ਕਿੰਨਾ 64, ਠੀਕ ਹੈ। ਹੁਣ ਜੇ ਤੁਸੀਂ ਬਾਈ ਆਪਸ਼ਨ ਵੀ ਕਰਨਾ ਚਾਹੋ ਨਾ, ਏਰੀਆ ਕਿੰਨਾ ਹੈਗਾ 64, ਆਪਾਂ ਤੋਂ ਕੀ ਪੁੱਛਿਆ, ਦੈਨ ਦਾ ਡਾਇਮੈਂਸ਼ਨ ਆਫ ਦਾ ਪਾਰਕਿੰਗ ਏਰੀਆ। ਪਾਰਕ ਦੀ ਡਾਇਮੈਂਸ਼ਨ ਕੀ ਹੋਏਗੀ, ਪਾਰਕ ਦੀ ਡਾਇਮੈਂਸ਼ਨ ਕੀ ਹੋਏਗੀ। ਹੁਣ ਜੇ ਮੰਨ ਲਓ ਮੇਰੇ ਕੋਲ ਕੀ ਹੈਗਾ, ਇੱਕ ਰੈਕਟੈਂਗੂਲਰ ਪਾਰਕ ਹੈਗਾ, ਆ ਰੈਕਟੈਂਗੂਲਰ ਪਾਰਕ ਹੈਗਾ, ਹਜੇ ਮੈਂ ਡਿਟੇਲ ਚ ਨਹੀਂ ਦੱਸ, ਇਸ ਦਾ ਏਰੀਆ ਕਿੰਨਾ ਆ ਰਿਹਾ 64, ਇਸ ਦੀ ਡਾਇਮੈਂਸ਼ਨ ਦਾ ਨਹੀਂ ਦੱਸਣੀ ਹੈ, ਯਾਨੀ ਇਸ ਦੀ ਲੈਂਥ ਤੇ ਇਸ ਦੀ ਬ੍ਰੈਡਥ ਦੱਸਣੀ ਹੈ। ਏਰੀਆ ਕੀ ਹੁੰਦਾ, ਲੈਂਥ ਇਨਟੂ ਬ੍ਰੈਡਥ। ਆਪਾਂ ਦੇਖ ਲੈਂਦੇ ਕਿ ਕਿੰਨਾ ਦੋ ਆਪਸ਼ਨ, ਆ ਆਪਸ਼ਨ ਚੱਕ ਲੈਂਦੇ ਆ। ਜੇ ਲੈਂਥ 4 ਹੋਏਗੀ, ਬ੍ਰੈਡਥ 15 ਹੋਏਗੀ, 15 ਨੂੰ 4 ਨਾਲ ਮਲਟੀਪਲਾਈ ਕਰੋ 60, ਆਪਣਾ ਏਰੀਆ ਕਿੰਨਾ 64, मतलब डी ऑप्शन तो नहीं होएगा, ठीक है। जे लेंथ 1 होएगी, ब्रेड्थ 62, 62 ਨੂੰ 1 ਨਾਲ ਮਲਟੀਪਲਾਈ ਕਰੋ 64 ਤਾਂ ਨਹੀਂ ਬਣ ਰਿਹਾ, मतलब सी ऑप्शन भी नहीं होएगी। अपने कोले एरिया 64 है, डायमेंशन पूछ रहा हैगा, डायमेंशन ऑफ द पार्किंग, एरिया भी तो 64 बनना चाहिए। 15 गुना 4 60 ਹੁੰਦਾ, ਇਹ ਹੋ ਨਹੀਂ ਸਕਦਾ। 62 ਗੁਣਾ 1 62 ਹੁੰਦਾ, ਨਹੀਂ ਹੋ ਸਕਦਾ। 32 ਗੁਣਾ 2 64 ਹੁੰਦਾ, 16 ਗੁਣਾ 4 64 ਹੁੰਦਾ। यार दो ऑप्शन सैटिस्फाइड कर रही है। ਜੇ ਇੱਕ ਕੈਂਸਲ ਆਊਟ ਹੋ ਜਾਂਦਾ, ਮੈਂ ਉਸ ਤੇ ਟਿਕ ਲਾ ਦਿੰਦਾ ਦੂਜੇ ਤੇ, ਮੇਰਾ ਆਨਸਰ ਆ ਜਾਂਦਾ। 5 ਸੈਕਿੰਡ ਲੱਗਦੇ ਸਿਰਫ ਇਹ ਕੰਮ ਕਰਨ ਨੂੰ, ਠੀਕ ਹੈ। ਬਟ ਕੋਈ ਗੱਲ ਨਹੀਂ, ਆਪਾਂ ਨੇ 5 ਸੈਕਿੰਡ ਵਿੱਚ ਆ ਦੋ ਆਪਸ਼ਨ ਤਾਂ ਐਲੀਮੀਨੇਟ ਕਰਤੇ। ਕਾਮਨ ਸੈਂਸ ਸੀਗੀ ਆਪਣੇ ਕੋਲੇ, ਸਾਮਾਨਯ ਦਿਮਾਗ। ਹੁਣ ਦੋ ਆਪਸ਼ਨ ਫਸ ਰਹੀਆਂ ਨੇ। ਹੁਣ ਕੁਐਸਚਨ ਸਮਝਦੇ ਹਾਂ, ਕੁਐਸਚਨ ਕਿਆ ਕੀ ਰਿਹਾ ਹੈਗਾ। ਸੀ ਤੇ ਡੀ ਕੈਂਸਲ ਆਊਟ ਹੋ ਗਿਆ, ਇੰਨਾ ਤਾਂ ਪਤਾ ਲੱਗਿਆ ਹੋਣਾ। ਜਿਹੜਾ ਰੈਕਟੈਂਗੂਲਰ ਪਾਰਕ ਹੈਗਾ, ਉਸ ਦਾ ਏਰੀਆ 64 ਹੈ, ਉਹ ਐਡਜੈਸੈਂਟ ਹੈਗਾ ਇੱਕ ਟੂ ਅ ਹਾਊਸ, ਘਰ ਦੇ ਨੇੜੇ ਹੈਗਾ। मान लो ये अपना छोटा जा घर हैगा, ये अपना झोपड़ा हैगा छोटा जा, ठीक है। इस घर दे नेड़े हैगा, नाल लग रहा, एडजासेंट हैगा, इस दे नाल लगदा हैगा। रैक्टेंगल पार्क हैगा, वो जिहड़ा हैगा वो इस घर दे नाल लग रहा हैगा, मतलब उसदी एक घर दी एक दीवार ना रैक्टेंगुलर पार्क दे नेड़े लग रही हैगी है, ठीक है। जे घर दी दीवार पार्क दे नेड़े लग रही हैगी है, उस तो बाद द 3 sides of this area are fenced, ठीक है। इस दी 3 साइड जेड़ी बच गई, देखो हुण जे मैं नाम लिखदा A B C D, घर दे दीवार दे नाल केड़ी साइड लग रही है AD, बची केड़ी 3 साइडां AB BC ते CD, यही 3 साइडां बचियां ने। अपने की करना हैगा आर फेंस्ड, फेंस्ड दा मतलब की हुंदा हैगा ਤਾਰਾਂ ਵਿਛਾਣੀਆਂ। ਫੈਂਸ ਦਾ ਮਤਲਬ ਕੀ ਕਰਨਾ, ਚਾਰੋਂ ਪਾਸੇ ਨਾ ਬਾਉਂਡਰੀ ਕਰਨੀ ਹੈਗੀ ਹੈ। ਖੇਤਾਂ ਵਿੱਚ ਹੁੰਦਾ ਨਾ ਕਿ ਹਾਂ ਚਾਰੋਂ ਪਾਸੇ ਆਪਾਂ ਤਾਰਾਂ ਵਿਛਾ, ਕੰਡੇ ਵਿਛਾ ਦਿੰਦੇ ਤਾਂ ਕਿ ਗਊ ਵਗੈਰਾ ਨਾ ਆ ਜਾਣ ਜਾਂ ਕੋਈ ਦੂਜਾ ਆ ਕੇ ਕਬਜ਼ਾ ਨਾ ਕਰ ਲੇ। ਉਵੇਂ ਹੀ ਕਰਨਾ ਹੈਗਾ, ਆਪਾਂ ਨੇ ਫੈਂਸ ਕਰਨਾ ਹੈਗਾ 3 ਸਾਈਡਾਂ ਨੂੰ। ਆਵਲੀ ਇੱਕ ਸਾਈਡ ਜਿਹੜਾ ਬਲੂ ਕਲਰ ਦਾ ਹੈਗਾ, ਆਵਲੀ ਇੱਕ ਸਾਈਡ ਤੇ ਆਵਲੀ ਇੱਕ ਸਾਈਡ, ਠੀਕ ਹੈ। ਐਂਡ ਦਾ 4th ਸਾਈਡ ਇਜ਼ ਕਾਮਨ ਵਿਦ ਦਾ ਹਾਊਸ, ਜਿਹੜੀ ਚੌਥੀ ਸਾਈਡ ਹੈ ਉਹ ਹਾਊਸ ਦੇ ਨਾਲ ਕਾਮਨ ਹੈਗੀ ਹੈ, ਤਾਂ ਉਸ ਨੂੰ ਤਾਂ ਆਪਾਂ ਕੁਝ ਕਰ ਨਹੀਂ ਸਕਦੇ। if the length of the fenced side is 24 meter in total, ਜਿਹੜੀ ਫੈਂਸ ਸਾਈਡ ਹੈਗੀ ਹੈ ਉਸ ਦੀ ਲੈਂਥ ਕੀ ਹੈਗੀ ਹੈ ਟੋਟਲ 24 ਮੀਟਰ ਹੈਗੀ ਹੈ। ਜਿਹੜੀ ਫੈਂਸਡ ਸਾਈਡ ਹੈਗੀ ਹੈ ਟੋਟਲ ਲੈਂਥ ਕਿੰਨੀ ਹੈਗੀ ਹੈ ਉਸਦੀ 24, मतलब AB प्लस BC प्लस CD कितना आएगा अपने कोले 24 मीटर। फैंस्ड साइड दी लेंथ टोटल लेंथ हैगी है 24, ठीक है, क्लियर। देन द डायमेंशन ऑफ द पार्किंग एरिया आर, पार्किंग एरिया दी डायमेंशन की होएगी अपने कोले, ठीक है। पार्किंग एरिया दी अपने कोले डायमेंशन की आएगी। मैं मान लेंदा इसनू आ लेंथ होगी, आ अपनी ब्रेड्थ होगी, आ भी लेंथ होगी, आ अपनी ब्रेड्थ होगी। मैनू एक गल दसो, कॉमन सेंस यूज करना है, सामान्य दिमाग, होर कुछ नहीं आपने यूज करना। अपने कोल है ही सामान्य दिमाग, ਆਪਾਂ ਕਿਹੜਾ ਰੋਬੋਟ ਵਾਲਾ ਦਿਮਾਗ ਲੈ ਕੇ ਪੈਦਾ ਹੋਏ ਨੇ। AB BC CD ਇਹਨਾਂ ਤਿੰਨਾਂ ਦਾ ਜੋੜ ਕਿੰਨਾ ਹੈਗਾ 24, ਠੀਕ ਹੈ। ਮੰਨ ਲਓ ਆਪਸ਼ਨ A ਚੈੱਕ ਕਰਦੇ ਆ ਆਪਾਂ। ਆਪਸ਼ਨ A ਵਿੱਚ ਡਾਇਮੈਂਸ਼ਨ ਕਿੰਨੀ ਆ ਰਹੀ ਹੈ 4 ਮੀਟਰ ਗੁਣਾ 16 ਮੀਟਰ, मतलब ਜੇ ਲੈਂਥ ਮੇਰੀ 4 ਮੀਟਰ ਹੋਏਗੀ ਤਾਂ ਬ੍ਰੈਡਥ ਕਿੰਨੀ ਆ ਜਾਏਗੀ 16 ਮੀਟਰ। ਤੁਸੀਂ ਇਹ ਵੈਲਿਊ ਪੁੱਟ ਕਰਕੇ ਚੈੱਕ ਕਰੋ ਕਿ क्या 24 बन रहा हैगा अपना। 16 मीटर आ हैगा 16 मीटर, आ कितना हैगा 4 मीटर, ठीक है। सॉरी
एक सेकेंड थोड़ा बड़ा घर बना लें। इवें बना लें तो समझ आएगा। ऑप्शन तो यही करेक्ट हैगा। ए बी सी डी ठीक। जे मैं फर्स्ट ऑप्शन लवां 4 ਤੇ 16 ਹੁਣ ਧਿਆਨ ਨਾਲ ਦੇਖਣਾ ऑप्शन यही करेक्ट हैगा। ਉਰੇ ਤੁਸੀਂ 4 ਪੁੱਟ ਕਰ ਦੋ ਆ 16 ਤੇ ਆ 4 AB प्लस BC प्लस CD कितना हैगा 24। क्या 4 जमा 16 जमा 4 कितना होता 4 जमा 16 जमा 4 कितना बन जाएगा 24 बन जाएगा। इसका मतलब ऑप्शन ए सैटिस्फाइड कर रही है। जे तुसी 2 ਤੇ 32 ਲਓਗੇ ਜੇ ਇਸ ਨੂੰ ਮੈਂ 2 ਸੈਂਟੀਮੀਟਰ ਲੈ ਲਾ ਮੀਟਰ ਲੈ ਲਾ ਇਸ ਨੂੰ 32 ਲੈ ਲਾ ਇਸ ਨੂੰ 2 ਲੈ ਲਾ 2 जमा 32 34 हो जाएगा 34 जमा 2 36। बट AB प्लस BC प्लस CD बची हुई 3 ਸਾਈਡਾਂ ਦਾ ਜੋੜ ਕਿੰਨਾ ਦਿੱਤਾ ਹੋਇਆ ਉਰੇ 24 मीटर दिता हुआ है। 24 मीटर तो बनेगा ही नहीं जो मैं 32 सेकंड ऑप्शन ले लूंगा ठीक है। फर्स्ट ऑप्शन लीती 4 मीटर 16 मीटर ते 4 मीटर इन्हों जोड़ के ही की बन रहा मेरा 24। इट मीनस जी फर्स्ट ऑप्शन है वो सैटिस्फाइड कर जाएगी ठीक है। स्मार्ट वर्क करना हार्ड वर्क नहीं करना। तुसी ऑप्शन चेक करवा लो कि केड़ी ऑप्शन सैटिस्फाइड करवा के 24 मीटर बना रही है कि 4 16 ते 4 ही मिला के 24 सेंटीमीटर बनाएगी ठीक है। क्लियर स्क्रीनशॉट ले लो आप नैक्सट क्वेश्चन से चलते हैं। हाँ अच्छा क्वेश्चन सीगा 3 आउट ऑफ 5। चलिए आगे 20th the price of petrol is rose by 12% and then fell by 12%. Find the net change in the price of petrol। पेट्रोल की कीमत की हैगी 12% की करती इन्होंने रोज रोज का मतलब रोज ओ माय गॉड परसों ही सीगा रोज डे हुण ये जदों अज जिहड़ी डेट हैगी वो हैगी 9 तारीख ठीक है। बाकी तुसी हिसाब ला लेना जिस दिन तुसी वीडियो देखोगे। अज मैं 9 तारीख नूं वीडियो शूट कर रहा तो रोज डे हजे परसों ही निकल के हटिया कोई गल नहीं देखी जाऊगी ठीक है। हैप्पी रोज डे बिलेटेड ठीक है। पूरे रोज का मतलब वो वाला रोज नहीं है 7 फरवरी वाला रोज डे नहीं है ठीक है। पूरे रोज का मतलब की है प्राइस जो हैगी है वो इनक्रीज करती ठीक है। प्राइस जी हैगी पेट्रोल की ना वो 12% इनक्रीज करती एंड फैल का मतलब है गिरना ठीक है। फैल का मतलब गिरना है प्राइस की करती उस तो बाद गिर गई 12%। टोटल नैट चेंज कितना आएगा प्राइस के मान लो आप 100 रुपए का तेल फूक रहे हैं आप गेड़ी मारन जा रहे हैं गेड़ी नहीं मारन जा रहे आप पंजाब पुलिस का पेपर देने जा रहे हैं ठीक है। मान लो सेंटर एग्जाम सेंटर दूर है अपने चक्की स्पलेंडर ठीक है। इंजन करता ऑन 100 रुपए का पेट्रोल पवाया ठीक है भाई 100 रुपए का तेल पा दे ठीक है। 100 रुपए का तेल हैगा जे प्राइस 12% वध जाएगी मैनू एक गल दसो 12% वध गई तो हुण कितनी हो जाएगी 112 रुपए हो जाएगी। जे प्राइस 12% वध गई तो 112 हो जाएगी। हुण प्राइस की होगी 12% घट गई ये ना बेसिक मैथड दस रहा मैं वैसे 12% घट गई तो हुण जी 12% डिक्रीज होएगी ना वो 100 पिछे नहीं होएगी 112 पिछे होएगी। 12% जी डिक्रीज होएगी हुण 112 पिछे होएगी तो 12% ऑफ 112 कैलकुलेट कर लो ये आ जाएगा 12/100 इंटू 112 अपना आ जाएगा 12 दूनी 24 2 12 1 12 2 14 1 12 1 12 1 13 13.44 आ जाएगा ठीक है। 13 पॉइंट 44 ओके तो प्राइस कितनी आ जाएगी 112 विचों 13.44 माइनस कर दो पूरे कितना आ जाएगा ये आ जाएगा अपने को 98.56 आ जाएगा 13 हाँ 98.56। हुण ध्यान नाल समझना पेट्रोल की पहला कीमत कितनी सी 100 रुपया हुण कितनी होगी 98.6। ओवरऑल कितना डिक्रीज हो गया ओवरऑल की होया डिक्रीज हो गया कितना 100 चो 98.56 माइनस कर दो
1.44 रुपीज़ आ जाएगा। ओवरऑल 1.44 डिक्रीज हो गया। परसेंटेज डिक्रीज कितना आएगा, तो ऊपर रखांगे 1.44। किस दे पिछे डिक्रीज हो रहा है, 100 पिछे, क्योंकि ओवरऑल अपन ने 100 तो स्टार्ट किया सीगा ना, तो डिनोमिनेटर विच आएगा 100 गुना 100, तो 100 नाल 100 कट जाएगा, 1.44% की आ जाएगा, डिक्रीज आ जाएगा, डिक्रीज बाय 1.44, ऑप्शन बी। रिमेन सेम ना करना कि हाँ जे 12% बढ़ गई 12% घट गई तो प्लस 12 माइनस 12 जीरो हो जाएगा ना, एक गलत होएगा ऑप्शन। ठीक है, क्लियर। स्क्रीनशॉट ले लो, इसका दूजा मैथड भी मैं दस देना। चलो दूजा मैथड की कहता है, देखो जे कोई चीज ध्यान नाल समझना, जे कोई पर्टिकुलर चीज x% इनक्रीज हुई है उस तो बाद x% डिक्रीज हो गई है, वैल्यू हमेशा x से x दी ही रखना, x% इनक्रीज हुई है फिर x% डिक्रीज हो गई है, तो ओवरऑल सानू की होएगा, याद रखना ओवरऑल ऑलवेज लॉस होएगा, ऑलवेज लॉस होएगा या फिर ऑलवेज डिक्रीज होएगा। ठीक है, कितना होएगा, एक्स स्क्वायर बटा 100% होएगा, ये फॉर्मूला हैगा। ठीक है, जे कोई चीज x% इनक्रीज होंदी है उस तो बाद x% ही डिक्रीज हो जाती है, तो ओवरऑल आपां नू की होएगा, ओवरऑल या फिर नेट कह लो, नेट आपां नू की होएगा, घाटा होएगा या डिक्रीज होएगा। फॉर्मूला की बन जाएगा एक्स स्क्वायर बाय 100%। ठीक है, एक्स की वैल्यू उरे कितने परसेंट देती हुई है 12, एक्स की वैल्यू 12 चिपका दो, 12 स्क्वायर बटा 100%, 12 स्क्वायर 144 बटा 100%, 144 बाय 100 1.44%, 1.44 इंक्रीज हो जाएगा, ऑप्शन बी अगेन फिर तो। ठीक है, ये फॉर्मूला याद रखना बस, जे मैं इसकी रेटिंग की गल करा, फॉर्मूला जो बच्चे पता होंगे ना 2 सेकंड ही लगते करन नू, 1 आउट ऑफ 5 फॉर्मूला याद पता होंदा तो 1 स्टार वाला क्वेश्चन है और कुछ नहीं, 5 सेकंड लगते हैं ऐसे क्वेश्चन करने लिए। चलिए आगे, अ शॉपकीपर परचेज 100 शर्ट एट रेट ऑफ 20 पर पीस, एक शॉपकीपर ने 100 शर्ट खरीदी 20 रुपए के हिसाब नाल, 20 शर्ट वर फाउंड डिफेक्टिव, 20 शर्ट जिहड़े हैगे हैं वो खराब हो गए। इन ऑर्डर टू मेक अ गेन ऑफ 20% ही मस्ट सेल द रिमेनिंग शर्ट एट द रेट ऑफ डैश पर शर्ट। एक दुकानदार 100 शर्ट लेके आया, 100 कमीजा लेके आया, किन्ने दी 20 रुपए पर पीस, तो टोटल सीपी कितनी आ जाएगी, टोटल सीपी कॉस्ट प्राइस कितनी आ जाएगी, देखो 100 कमीजा लेके आ रहा है 20 रुपए के हिसाब नाल, तो कितनी आ जाएगी 2000 रुपए आ जाएगी सीपी। 20 शर्ट वर फाउंड डिफेक्टिव, 20 किन्ने हो गए डिफेक्टिव, किन्ने ने डिफेक्टिव ने 20, तो जेडे 20 खराब ने वो तो सुट देगा कूड़े च। ठीक है, तो बेचेगा कितना, शर्ट्स टू बी सोल्ड, हुण किन्ने कमीजा बेचेगा, देखो 100 लेके आया 100 विचों 20 तो खराब हो गए, तो हुण किन्ने बेचेगा वो 80 शर्ट्स टू बी सोल्ड, किन्ने कमीजा बेचन लायक हैगियां ने 80 कमीजा बेचन लायक हैगियां ने। इन ऑर्डर टू मेक अ गेन ऑफ 20%, उसने करना की हैगा 20% गेन करना हैगा, 20% कमाना हैगा, ही मस्ट सेल द रिमेनिंग शर्ट एट द रेट ऑफ डैश। ठीक है, सब तो पहले तो तुसी ये देखो सीपी कितनी हैगी 2000, 2000 की शर्ट लेके आ गया वो। ठीक है, जिन्नी खराब होगी कोई चक्कर नहीं, मैंने 20% कमाना हैगा, जेड़ा मैं 20% कमाऊंगा वो किस दे पिछे कमाऊंगा, 2000 पिछे कमाऊंगा, यस और नो, यस। ठीक है, सीपी हैगी अपनी 2000, प्रॉफिट परसेंट हैगा अपना 20%, एसपी कितना आ जाएगा, प्रॉफिट 20 है, एसपी कितना हो जाएगा 120% ऑफ 2000। ठीक है, देखो जे प्रॉफिट 20% है तो एक्स जेड़ा हैगा 120% हो जाएगा, जे प्रॉफिट 10% होया तो एसपी 110% हो जाएगा, जे प्रॉफिट 15% है तो एसपी 115% हो जाएगा, जे लॉस होएगा, जे मान लो लॉस होया 10% तो एसपी 90% रह जाएगा, जे लॉस 20% होया तो एसपी 80% रह जाएगा, जे लॉस 15% होया तो एसपी 85% रह जाएगा। मतलब करना कुछ नहीं है, एसपी नू ना 100 जे प्रॉफिट हैगा 100 विच ऐड कर देना, जो लॉस होएगा 100 विच सबट्रैक्ट कर देना, तो प्रॉफिट 20% कमाना सीगा, एसपी 120% हो जाएगा किसदा सीपी दा, सीपी कितनी है 2000, बस इतना फार्मूला हैगा, कोई फार्मूला याद करने की लोड़ नहीं है, प्रॉफिट 20% एसपी 120%, दैट्स इट। करिए इसनों सॉल्व करके पता कितना आ जाएगा, कितना आ जाएगा 2400 आ जाएगा।
ठीक है, प्रॉपर तुसी सॉल्व कर लेना 1000 तो हैगे हो तुसी 2400 आ जाएगा। एसपी हैगी 2400 रुपीज़। किन्नी कमीजा बेचनी है 80 कमीज बेचनी हैगी है 2400 रुपए की। प्राइस पर शर्ट सैलिंग प्राइस एक शर्ट की सैलिंग प्राइस कितनी आ जाएगी देखो टोटल 2400 रुपए का बेचना हैगा माल। शर्ट कितने ने 80 0 0 कट जाएगा 30 ते आ जाएगा 30 रुपए की मैं एक शर्ट बेचूंगा तो वो 80 शर्ट 2400 की बिकेगी ता कर जो मैनू प्रॉफिट होएगा 20% का तो अपना आ जाएगा सी ऑप्शन 30 रुपीज़। क्लियर ठीक है चलो स्क्रीनशॉट ले लो। आप नेक्स्ट क्वेश्चन से चल देने। इफ ए बी इज 3 4 बहुत ईजी क्वेश्चन है। अब पिछला जो क्वेश्चन सीगा उसकी रेटिंग करते हैं इसकी रेटिंग जी हैगी है मैं 2 स्टार दे देना चलो 2.5 स्टार देते ठीक है। इफ ए बी रेशो 3:4 ए ते बी की रेशो कितनी है 3 4 बी ते सी की रेशो कितनी है 8 9 ए बी सी पता करना। देखो दोनों विच कॉमन की हैगा उरे ए बी हैगा उरे बी सी हैगा दोनों विच कॉमन परसन केड़ा हैगा बी बी की वैल्यू उरे कितनी 8 उरे कितनी है 4 बी की वैल्यू सेम रखनी पएगी। क्या मैं इस 4 ਨੂੰ 8 बना सकदा क्या मैं 4 ਨੂੰ 8 बना सकदा हाँ बना सकदा 4 ਨੂੰ 8 बनाने ਲਈ ਕੀ करना पैंदा 2 ਨਾਲ मल्टीप्लाई तो मैं की करूँगा इधर 2 ਨਾਲ मल्टीप्लाई कर दो इधर भी 2 ਨਾਲ मल्टीप्लाई कर दो बस दैट्स इट होर कुछ करने की लोड़ नहीं। ए रेशो बी रेशो सी कितना आ जाएगा 3 दूनी 6 4 दूनी 8 उरे सी कितना हैगा 9 6 8 9 1 स्टार आउट ऑफ 5 5 विचों 1 स्टार मिलेंगे। ये कॉमन सेंस है भाई 4 ਨੂੰ 8 बनाना हैगा 2 ਨਾਲ मल्टीप्लाई कर दो उरे 6 आ जाएगा उरे 8 आ जाएगा बी 8 है सी 9 है 6 8 9 बच्चे वाले क्वेश्चन पूछ रहे हैं ऐसा ही 10 चलो कोई नहीं स्क्रीनशॉट ले लो। नेक्स्ट क्वेश्चन से चल देने। ए एंड बी कैन डू अ पीस ऑफ वर्क इन 9 days 12 days रिस्पैक्टिवली ए ते बी किसी काम ਨੂੰ 9 दिन ਤੇ 12 दिन ਵਿੱਚ ਕਰਦੇ ਨੇ। देखो वर्क ਦਾ ਫਾਰਮੂਲਾ ਹੁੰਦਾ ਹੈ एफिशिएंसी इनटू टाइम। वर्क का फॉर्मूला है एफिशिएंसी इनटू टाइम। एफिशिएंसी की होंगी है मैन पावर ते पर डे वर्क कितनी मैन पावर हैगी है या एक दिन विच कितना काम करता है या एक घंटे विच कितना काम करता है ठीक है। तो ए काम करता है 9 दिनों विच बी किसी काम ਨੂੰ करता है 12 दिनों विच ठीक है रिस्पैक्टिवली। दे वर्क टुगेदर फॉर 3 days उन्होंने 3 दिन काम किया एंड देन ए लीव्स ए भज गया नौकरी मिल गई होनी इसनों अपॉइंटमेंट लैटर आ गया होना या रिजल्ट आ गया होना ਇਹਦਾ। इन हाउ मैनी डेज दैट बी विल कंप्लीट द वर्क अलोन अलोन किन्ने दिनों तक बी काम करता रहेगा। देखो टाइम एंड वर्क के आप की करते ए 9 दिन बी 12 दिन आप 9 ਤੇ 12 का लेंगे एलसीएम 9 ਤੇ 12 का एलसीएम होएगा 36 ਤੇ ਜਿਹੜਾ ਇਹਨਾਂ ਦਾ एलसीएम आएगा उसनों आप लेट करते हैं वर्क तो अपने कोल टोटल वर्क कितना आ गया अपने कोल टोटल वर्क आ गया। हुण मैनू एक गल दसो वर्क की वैल्यू देखो वर्क का फॉर्मूला क्या होंगे एफिशिएंसी इनटू टाइम। एफिशिएंसी का फॉर्मूला की होएगा वर्क अपॉन टाइम होएगा। वर्क नू जे मैं टाइम नाल डिवाइड करदा मेरी एफिशिएंसी आ जाएगी ठीक है। तो वर्क हैगा 36 ए नू लगदे 9 दिन जे मैं 36 नू 9 नाल डिवाइड करदा 36 बटा 9 वर्क बटा टाइम 36 बटा 9 कितना आएगा 4 तो मैं ये कह सकता कि ए की एफिशिएंसी कितनी आ गई 4 यानी एक दिन विच ए कितना काम करेगा 4 यूनिट। 36 वर्क हैगा बी नू लगते हैं 12 दिन वर्क बटा टाइम 36 बटा 12 36 नू 12 नाल डिवाइड करो आंसर आएगा 3 यानी बी की एफिशिएंसी आएगी 3 यानी बी जेड़ा हैगा एक दिन विच 3 यूनिट काम करेगा। ए एक दिन विच 4 यूनिट कर रहा है बी एक दिन विच 3 यूनिट कर रहा है। वर्क डन बाय ए एंड बी वर्क डन बाय ए एंड बी इन उन्होंने दोनों ने किन्ने दिन काम किया टुगैदर फॉर 23rd क्वेश्चन की कहता है अपना ए कैन डू अ पीस ऑफ वर्क इन 9 days एंड ए एंड बी कैन डू अ पीस ऑफ वर्क इन 9 days एंड 12 days रिस्पैक्टिवली। इसका मतलब की होया ए किसी काम ਨੂੰ 9 दिन विच करता है बी भी उसी काम ਨੂੰ 12 दिन विच करता है। दे वर्क टुगेदर फॉर 3 days उन्होंने 3 दिन काम किया इकट्ठा काम किया ठीक है। एंड देन ए लीव्स उस तो बाद की हो गया ए चला गया क्यों चला गया किसी वीज़ा लग गया होना रिजल्ट आ गया होना या यदि नौकरी लग गई होनी या
रिश्ता आ गया होना, जो भी रीजन है XYZ, ठीक है। ए चला गया। इन हाउ मेनी डेज आफ्टर दैट बी विल कंप्लीट द वर्क अलोन, बी किन्ने दिनां विच काम कल्ला कंप्लीट करेगा। तो देखो वर्क का फॉर्मूला हुंदा हैगा अपने कोले एफिशिएंसी इनटू टाइम। वर्क का फॉर्मूला होंदा एफिशिएंसी इनटू टाइम। जे मैं एफिशिएंसी नू टाइम नाल मल्टीप्लाई करदा मेरा वर्क आ जाएगा। एफिशिएंसी की होंदी है, मैन पावर कह लो या फिर 1 घंटे काम करने की क्षमता या 1 दिन विच काम करने की क्षमता। 1 दिन विच कितना काम करेगा, 1 घंटे विच कितना काम करेगा, उसनू आपां एफिशिएंसी कहंदे ने। पर आवर एफिशिएंसी या पर डे एफिशिएंसी कह दिंदे ने, ठीक है। तो गल समझो, ए किन्ने दिन काम करदा कल्ला 9 दिन विच, बी किन्ने दिन विच कंप्लीट करदा 12 दिन विच। ए 9 दिन विच कंप्लीट करदा हैगा, बी 12 दिन विच करदा। तुसीं की करोगे 9 ते 12 दा एलसीएम लओगे, 9 ते 12 दा एलसीएम होएगा 36। ਜਿਹੜਾ ਇਹਨਾਂ ਦਾ ਐਲਸੀਐਮ ਆਏਗਾ ਉਸਨੂੰ ਆਪਾਂ ਲੈਟ ਕਰ ਲਾਂਗੇ ਵਰਕ, ਉਸਨੂੰ ਆਪਾਂ ਵਰਕ ਲੈਟ ਕਰ ਲਾਂਗੇ। ਤੇ ਮੈਨੂੰ ਇੱਕ ਗੱਲ ਦੱਸੋ, ਵਰਕ ਦਾ ਫਾਰਮੂਲਾ ਹੁੰਦਾ ਐਫੀਸ਼ੀਐਂਸੀ ਇਨਟੂ ਟਾਈਮ। ਐਫੀਸ਼ੀਐਂਸੀ ਦਾ ਫਾਰਮੂਲਾ ਕੀ ਹੋਏਗਾ, ਵਰਕ ਅਪੋਨ ਟਾਈਮ। ਜੇ ਮੈਂ ਵਰਕ ਨੂੰ ਟਾਈਮ ਨਾਲ ਡਿਵਾਈਡ ਕਰਦਾ ਕੀ ਆ ਜਾਏਗੀ ਐਫੀਸ਼ੀਐਂਸੀ। 36 ਨੂੰ 9 ਨਾਲ ਡਿਵਾਈਡ ਕਰੋ, 36 ਨੂੰ 9 ਨਾਲ ਡਿਵਾਈਡ ਕਰੋ, ਆਪਣਾ ਆ ਜਾਏਗਾ 4। ਇਸ ਦਾ ਮਤਲਬ ए ਦੀ ਐਫੀਸ਼ੀਐਂਸੀ ਕਿੰਨੀ ਆ ਗਈ 4। ਇਸ ਦਾ ਮਤਲਬ ए ਜਿਹੜਾ ਹੈਗਾ ਇੱਕ ਦਿਨ ਵਿੱਚ ਕਿੰਨੇ ਯੂਨਿਟ ਕੰਮ ਕਰੇਗਾ, 4 ਯੂਨਿਟ ਕੰਮ ਕਰੇਗਾ, ठीक है। 36 ਨੂੰ 12 ਨਾਲ ਡਿਵਾਈਡ ਕਰ ਦੋ, 36 ਨੂੰ 12 ਨਾਲ ਡਿਵਾਈਡ ਕਰੋ 3। ਇਸ ਦਾ ਮਤਲਬ B ਦੀ ਐਫੀਸ਼ੀਐਂਸੀ ਕਿੰਨੀ ਆ ਗਈ 3। ਮਤਲਬ B ਇੱਕ ਦਿਨ ਵਿੱਚ 3 ਯੂਨਿਟ ਕੰਮ ਕਰਦਾ ਹੈਗਾ। ਵਰਕ ਡਨ ਬਾਏ A ਐਂਡ B ਇਨ, ਉਹਨਾਂ ਤੋਂ ਉਹਨਾਂ ਨੇ ਕਿੰਨੇ ਦਿਨ ਕੰਮ ਕੀਤਾ 3 ਦਿਨ ਕੰਮ ਕੀਤਾ ਇਨ 3 ਡੇਜ਼। 3 ਦਿਨ ਵਿੱਚ ਉਹ ਕਿੰਨਾ ਕੰਮ ਕਰ ਲੈਣਗੇ। ਤਾਂ ਵਰਕ ਦਾ ਫਾਰਮੂਲਾ ਹੁੰਦਾ ਐਫੀਸ਼ੀਐਂਸੀ ਇਨਟੂ ਟਾਈਮ। ਦੋਨਾਂ ਨੇ ਮਿਲ ਕੇ ਕੰਮ ਕੀਤਾ ਹੈਗਾ ਤਾਂ ਦੋਨਾਂ ਦੀ ਕੰਬਾਈਨ ਐਫੀਸ਼ੀਐਂਸੀ ਲੱਗੇਗੀ। ए ਜਿਹੜਾ ਹੈਗਾ ਇੱਕ ਦਿਨ ਵਿੱਚ 4 ਯੂਨਿਟ ਕਰਦਾ ਹੈਗਾ, B ਜਿਹੜਾ ਹੈਗਾ ਇੱਕ ਦਿਨ ਵਿੱਚ 3 ਯੂਨਿਟ ਕਰਦਾ, ਤਾਂ ਦੋਨੋਂ ਮਿਲ ਕੇ ਇੱਕ ਦਿਨ ਵਿੱਚ ਕਿੰਨੇ ਕਰ ਲੈਣਗੇ 4 + 3 7 ਯੂਨਿਟ। ਤਾਂ ਉਰੇ ਆ ਜਾਏਗਾ A ਦੀ ਐਫੀਸ਼ੀਐਂਸੀ ਪਲੱਸ B ਦੀ ਐਫੀਸ਼ੀਐਂਸੀ। ਕਿੰਨੇ ਦਿਨ ਕੰਮ ਕਰਦੇ ਨੇ 3 ਦਿਨ, 4 3 7 7 ਤੀਆ 21, 21 ਯੂਨਿਟ ਕੰਮ ਕਰ ਲੈਣਗੇ ਉਹ। ਇੰਨਾ ਕੰਮ ਹੋ ਗਿਆ, 1 ਯੂਨਿਟ ਜਿਹੜਾ ਹੈਗਾ ਉਹਨਾਂ ਨੇ ਕਰ ਲਿਆ 3 ਦਿਨ ਵਿੱਚ। ਰਿਮੇਨਿੰਗ ਵਰਕ ਕਿੰਨਾ ਆ ਗਿਆ, ਰਿਮੇਨਿੰਗ ਵਰਕ देखो टोटल वर्क सीगा अपने कोले 36, 36 विच 21 हो गया, कितना कम रह गया 36 माइनस 21 15 यूनिट रह गया। ये 15 यूनिट कौन करेगा, बी। लिखा ना दैट विल बी कंप्लीट द वर्क अलोन, कल्ला बी किन्ने टाइम विच करेगा। तो टाइम का फॉर्मूला हो जाएगा वर्क अपॉन एफिशिएंसी। वर्क का फॉर्मूला एफिशिएंसी इनटू टाइम है, टाइम का हो जाएगा वर्क अपॉन एफिशिएंसी। वर्क कितना 15, एफिशिएंसी आप किस दी लवांगे बी दी लवांगे क्योंकि बी कल्ला रह गया। बी दी एफिशिएंसी कितनी है 3, 15/3 कितना आ जाएगा 5 डेज, ठीक है। ऑप्शन डी आ जाएगा इसका आंसर। क्लियर, इजी क्वेश्चन सीगा, ज्यादा टफ नहीं सीगा। आई होप सो ਤੁਹਾਨੂੰ ਸਮਝ ਆ ਗਿਆ ਹੋਣਾ। स्क्रीनशॉट ले लो, ਆਪਾਂ नेक्स्ट क्वेश्चन ਤੇ मूव कर देने फिर। चलो हाँ, इस क्वेश्चन ਨੂੰ मैं कह सकता हाँ ਵਧੀਆ क्वेश्चन हैगा ਤਾਂ 3 स्टार ਦਵਾਂਗੇ 5 ਵਿੱਚੋਂ, ठीक है। ਉਹਨਾਂ ਵੀ ਜ਼ਿਆਦਾ ਵਧੀਆ ਨਹੀਂ ਸੀਗਾ बट स्टिल। 24th A boy was riding a bicycle at a speed of 20 km/h। एक लड़का ਜਿਹੜਾ ਹੈਗਾ ਉਹ ਰਾਈਡ ਕਰਕੇ ਜਾਂਦਾ ਹੈਗਾ ਬਾਈਸਾਈਕਲ ਤੇ 20 ਦੀ ਸਪੀਡ ਤੇ। How much time he would have taken to cover 10 km? 10 km ਕਵਰ ਕਰਨ ਨੂੰ ਕਿੰਨਾ ਟਾਈਮ ਲੱਗੇਗਾ। ਇੱਕ ਸੈਕਿੰਡ ਕਿੱਥੇ ਗਿਆ, ਹਾਂ 10 km ਕਵਰ ਕਰਨ ਨੂੰ ਕਿੰਨਾ ਟਾਈਮ ਲੱਗੇਗਾ। ਤਾਂ ਦੇਖੋ ਟਾਈਮ ਦਾ ਫਾਰਮੂਲਾ ਹੁੰਦਾ डिस्टेंस अपॉन स्पीड। क्यों, क्योंकि डिस्टेंस का फॉर्मूला होंगे स्पीड इंटू टाइम। तो टाइम का हो जाएगा डिस्टेंस अपॉन स्पीड। डिस्टेंस कितना कवर करना है 10 किलोमीटर। बॉय की स्पीड कितनी है 20 km/h। किलोमीटर किलो कट जाएगा, आवर ऊपर चल जाएगा, ये 10 से जाएगा 1/2। कितना टाइम लगेगा 1/2 आवर। 1/2 आवर कितना होंगे 30 मिनट होंगे। अद्धा घंटा कितना होएगा 30 मिनट ही होंगे ने, ठीक है। लैवल नहीं सीगा, आप इसनू 0.5 देवांगे आउट ऑफ 5, 0 स्टार कह लो। सिंपल जिहा बेसिक क्वेश्चन पूछा है यार, मजाक है क्या। सब इंस्पैक्टर का पेपर ले रहे हो तुसीं, चलो कोई नहीं, हुण तां पुछ लिया जो भी सीगा। स्क्रीनशॉट ले लो, आप नेक्स्ट क्वेश्चन से चलते हैं। 25th The average of the monthly rainfall from Jan, Feb, March, April was 22। देखो एवरेज का फॉर्मूला क्या होंगे, सम ऑफ ऑब्जर्वेशन डिवाइड बाय टोटल नंबर ऑफ ऑब्जर्वेशन। एवरेज का फॉर्मूला होंगे हैगा सम डिवाइड बाय नंबर। हुण जे मैं कहां कि सम का फॉर्मूला की आ जाएगा तो तुसीं कहोगे सर जे एवरेज नू आपां टोटल नंबर नाल मल्टीप्लाई कर दीए तो अपना की आ जाएगा सम आ जाएगा। एवरेज नू मैं टोटल नंबर नाल मल्टीप्लाई करदा, ठीक है।
10 ਬੰਦਿਆਂ ਦੀ ਐਵਰੇਜ ਦਿੱਤੀ ਹੋਈ ਹੈ, ਜਿੰਨੀ ਵੀ ਐਵਰੇਜ ਹੋਏਗੀ ਉਸ ਨੂੰ ਮੈਂ 10 ਨਾਲ ਮਲਟੀਪਲਾਈ ਕਰ ਦੂੰਗਾ ਤਾਂ ਉਹਨਾਂ ਦਾ ਸਮ ਆ ਜਾਏਗਾ ਮੇਰੇ ਕੋਲ। ਜੇ 15 ਬੰਦਿਆਂ ਦੀ ਐਵਰੇਜ ਹੈ ਤਾਂ 15 ਨਾਲ ਮਲਟੀਪਲਾਈ ਕਰ ਦੋਗੇ ਐਵਰੇਜ ਨਾਲ ਤਾਂ ਸਮ ਆਫ 15 ਨੰਬਰ ਆ ਜਾਏਗਾ ਜਾਂ 15 ਮੈਂਬਰ ਆ ਜਾਏਗਾ। ਠੀਕ ਹੈ, ਤਾਂ ਸਮ ਫਾਰਮੂਲਾ ਹੋ ਗਿਆ ਐਵਰੇਜ ਇਨਟੂ ਨੰਬਰ। ਤਾਂ ਮੈਨੂੰ ਇੱਕ ਗੱਲ ਦੱਸੋ, ਜਨਵਰੀ, ਫੈਬਰਰੀ, ਮਾਰਚ ਤੇ ਅਪ੍ਰੈਲ ਵਿੱਚ ਕਿੰਨੇ ਸੈਂਟੀਮੀਟਰ ਬਾਰਿਸ਼ ਹੋ ਰਹੀ ਹੈ? ਐਵਰੇਜ 22 ਸੈਂਟੀਮੀਟਰ। ਇਸ ਦਾ ਮਤਲਬ ਜਨਵਰੀ ਵਿੱਚ, ਫੈਬਰਰੀ ਵਿੱਚ, ਮਾਰਚ ਵਿੱਚ ਤੇ ਅਪ੍ਰੈਲ ਵਿੱਚ ਟੋਟਲ ਕਿੰਨੀ ਬਾਰਿਸ਼ ਹੋਈ ਹੋਣੀ? ਇਹਨਾਂ ਦਾ ਸਮ ਕਿੰਨਾ ਆ ਜਾਏਗਾ? ਐਵਰੇਜ ਇਨਟੂ ਟੋਟਲ ਨੰਬਰ। ਕਿੰਨੇ ਮਹੀਨੇ ਨੇ? 4 ਮਹੀਨੇ। ਐਵਰੇਜ 22 ਰੇਨਫॉल 22 ਸੈਂਟੀਮੀਟਰ ਰੇਨਫॉल ਹੋਈ ਸੀਗੀ 4 ਮਹੀਨੇ ਨੇ, ਤਾਂ ਇਹਨਾਂ ਦਾ ਸਮ ਕਿੰਨਾ ਆ ਜਾਏਗਾ? 22 ਗੁਣਾ 4। ਸਮ ਹੋ ਜਾਏਗਾ ਐਵਰੇਜ ਇਨटू ਨੰਬਰ। ਐਵਰੇਜ 22 ਹੈ, ਟੋਟਲ 4 ਮਹੀਨੇ ਨੇ ਤਾਂ 4 ਨਾਲ ਮਲਟੀਪਲਾਈ ਕਰ ਲਿਆ, 88 ਬਾਰਿਸ਼। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ? ਫॉर ਫੈਬਰਰੀ, ਮਾਰਚ, ਅਪ੍ਰੈਲ, ਮਈ 24 ਸੈਂਟੀਮੀਟਰ। ਫੈਬਰਰੀ, ਮਾਰਚ, ਅਪ੍ਰੈਲ, ਮਈ ਵਿੱਚ ਕਿੰਨੀ ਬਾਰਿਸ਼ ਹੋਈ ਸੀਗੀ? 24 ਸੈਂਟੀਮੀਟਰ। ਤਾਂ ਮੈਂ ਫੈਬ, ਮਾਰਚ, ਅਪ੍ਰੈਲ, ਮਈ ਨੂੰ ਆਪਾਂ ਪੂਰਾ ਲਿਖ ਦਿੰਦੇ ਨੇ। ਇਹਨਾਂ ਦਾ ਸਮ ਕਿੰਨਾ ਆਏਗਾ? ਦੇਖੋ ਇਹਨਾਂ 4 ਮੰਥ ਵਿੱਚ ਬਾਰਿਸ਼ ਐਵਰੇਜ ਕਿੰਨੀ ਦਿੱਤੀ ਹੋਈ ਹੈ? 24 ਸੈਂਟੀਮੀਟਰ। ਤਾਂ ਇਹਨਾਂ ਦਾ ਐਵਰੇਜ ਆ ਜਾਏਗਾ 24 ਗੁਣਾ 4, 96 ਸੈਂਟੀਮੀਟਰ ਆ ਜਾਏਗਾ। ਇਫ ਦਾ ਮੰਥਲੀ ਰੇਨਫॉल ਇਨ ਮਈ ਵਾਸ 20 ਸੈਂਟੀਮੀਟਰ। ਕੱਲੇ ਮਈ ਵਿੱਚ ਕਿੰਨੀ ਬਾਰਿਸ਼ ਹੋਈ ਹੈ? 20 ਸੈਂਟੀਮੀਟਰ ਬਾਰਿਸ਼ ਕੱਲੇ ਮਈ ਵਿੱਚ ਹੋਈ ਹੈ। ਤਾਂ ਮੈਂ ਉਰੇ ਮਈ ਦੀ ਵੈਲਿਊ 20 ਪੁੱਟ ਕਰ ਦੇਣਾ। ਫੈਬ ਪਲਸ ਮਾਰਚ ਪਲਸ ਅਪ੍ਰੈਲ, ਮਈ ਵਿੱਚ ਹੋਈ ਹੈ 20 ਸੈਂਟੀਮੀਟਰ। ਇਹਨਾਂ ਦਾ ਜੋੜ ਹੈ 96 ਸੈਂਟੀਮੀਟਰ। ਤਾਂ ਮੈਂ ਇਹ ਕਹਿ ਸਕਦਾ ਫੈਬ ਪਲਸ ਮਾਰਚ ਪਲਸ ਅਪ੍ਰੈਲ ਕਿੰਨਾ ਆ ਜਾਏਗਾ? 96 ਵਿੱਚ 20 ਉਧਰ ਲੈ ਜਾ ਕੇ ਮਾਈਨਸ ਕਰ ਦੋ, 76 ਸੈਂਟੀਮੀਟਰ ਆ ਜਾਏਗਾ। ਠੀਕ ਹੈ, ਹੁਣ ਧਿਆਨ ਨਾਲ ਦੇਖੋ, ਉਰੇ ਇਸ ਨੂੰ ਇਕੁਏਸ਼ਨ ਨੰਬਰ 1 ਮੰਨ ਲਓ, ਇਸ ਨੂੰ ਇਕੁਏਸ਼ਨ ਨੰਬਰ 2 ਮੰਨ ਲਓ। ਕੁਐਸਚਨ ਵਿੱਚ ਪੁੱਛਿਆ ਕੀ ਹੈ? ਫਾਈਂਡ ਦਾ ਮੰਥਲੀ ਰੇਨਫॉल ਇਨ ਜਨਵਰੀ। ਜਨਵਰੀ ਵਿੱਚ ਕਿੰਨੀ ਰੇਨਫॉल ਹੋਏਗੀ? ਦੇਖੋ ਜਨਵਰੀ, ਫੈਬਰਰੀ, ਮਾਰਚ ਤੇ ਅਪ੍ਰੈਲ ਚਾਰਾਂ ਦਾ ਜੋੜ ਕਿੰਨਾ ਆਇਆ? 88। ਫੈਬਰਰੀ, ਮਾਰਚ, ਅਪ੍ਰੈਲ ਦਾ ਜੋੜ ਕਿੰਨਾ ਹੈਗਾ? 76। ਜੈਨ, ਫੈਬ, ਮਾਰਚ, ਅਪ੍ਰੈਲ ਇਹਨਾਂ ਦਾ ਜੋੜ ਹੈਗਾ 88 ਸੈਂਟੀਮੀਟਰ। ਫੈਬ, ਮਾਰਚ, ਅਪ੍ਰੈਲ ਦਾ ਕਿੰਨਾ? 76। ਤਾਂ ਮੈਂ ਉਰੇ ਫੈਬ, ਮਾਰਚ, ਅਪ੍ਰੈਲ ਦੀ ਵੈਲਿਊ 76 ਪੁੱਟ ਕਰਦਾ, 88। 76 ਉਧਰ ਜਾ ਕੇ ਮਾਈਨਸ ਆ ਜਾਏਗਾ, 88 ਚੋਂ 76 ਮਾਈਨਸ ਕਰ ਦੋ, ਕਿੰਨਾ ਆ ਜਾਏਗਾ? 12। ਸਾਡਾ ਜਨਵਰੀ ਦਾ ਆਂਸਰ ਆ ਜਾਏਗਾ 12 ਸੈਂਟੀਮੀਟਰ। ਕਲੀਅਰ? ਈਜ਼ੀ ਕੁਐਸਚਨ ਸੀਗਾ, 2 ਸਟਾਰ ਦਵਾਂਗਾ ਮੈਂ ਆਊਟ ਆਫ 5। ਠੀਕ ਹੈ, ਤਾਂ ਸਕਰੀਨਸ਼ਾਟ ਲੈ ਲਓ। ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਨੇ। ਵਧੀਆ ਕੁਐਸਚਨ ਸੀਗਾ, ਜ਼ਿਆਦਾ ਟਫ ਨਹੀਂ ਹੈ। ਵਿਚ ਆਫ ਦਾ ਫੋਲੋਇੰਗ ਫ੍ਰੈਕਸ਼ਨ ਇਜ਼ ਸਮੋਲੈਸਟ। ਇਹਨਾਂ ਵਿੱਚੋਂ ਕਿਹੜਾ ਫ੍ਰੈਕਸ਼ਨ ਜਿਹੜਾ ਹੈਗਾ ਸਮੋਲੈਸਟ ਹੈਗਾ? ਠੀਕ ਹੈ, ਆਪਾਂ ਕਰ ਲੈਂਦੇ ਹਾਂ, ਕੋਈ ਚੱਕਰ ਨਹੀਂ। 14/17, 13/21, 5/9, 11/17। ਹੁਣ ਦੇਖੋ ਇਹਦੇ ਲਈ ਨਾ ਸਿੰਪਲ ਜੀ ਗੱਲ ਹੈਗੀ ਹੈ, ਜ਼ਿਆਦਾ ਦਿਮਾਗ ਲਗਾਉਣ ਦੀ ਲੋੜ ਨਹੀਂ ਪੈਗੀ। ਤੁਹਾਨੂੰ ਟੇਬਲ ਆਉਣੇ ਚਾਹੀਦੇ, ਜੇ ਟੇਬਲ ਆਉਂਦੇ ਤਾਂ ਠੀਕ ਹੈ, ਜੇ ਨਹੀਂ ਆਉਂਦੇ ਤਾਂ ਟਾਈਮ ਲੱਗੂਗਾ, ਹੋਰ ਕੁਝ ਨਹੀਂ। ਠੀਕ ਹੈ, ਤਾਂ ਜੇ 14 ਨੂੰ ਮੈਂ 17 ਨਾਲ ਡਿਵਾਈਡ ਕਰਦਾ, ठीक है, 14 ਨੂੰ मैं 17 डिवाइड कर, देखो मोटा मोटा तो नहीं जाएगा, उरे जीरो लेना पड़ेगा पॉइंट लगा के, ताकि उरे जीरो ले सकी। इन्नी डिवीजन तो आती होनी। ठीक है, इनू 8 के टेबल से कट दो, 17 8 136, रिमाइंडर 4, तो ये मोटा मोटा पॉइंट 8 आ जाएगा। 13 ਨੂੰ 21 ਨਾਲ डिवाइड करो, डिवाइड होएगा नहीं, पॉइंट लेना पड़ेगा, पूरे जीरो आ जाएगा। ठीक है, 6 से डिवाइड करो, 21 6 126। ठीक है, अगेन रिमाइंडर 4 आ जाएगा, मोटा मोटा 0.6। ठीक है, 9 ਨੂੰ 5 ਨਾਲ डिवाइड करो, 0.5 आ जाएगा। 11 ਨੂੰ 17 ਨਾਲ डिवाइड करो तो पूरे जीरो लोगे पॉइंट। ठीक है, 6 ਤੇ जाएगा 102, रिमाइंडर 8, तो पूरे 0.6 आएगा। ठीक है, सब तो छोटी वैल्यू केड़ी दे रहा है 5/9 विच इज 0.5, तो अपना आंसर की हो जाएगा 5/9। ठीक है, कैलकुलेशन बेस्ड क्वेश्चन सीगा, अगेन वही 2 स्टार आउट ऑफ 5। इससे कोई खास गल नहीं सीगी, ये तो बच्चा भी कर लेगा, 4th स्टैंडर्ड का स्टूडेंट भी कर लेगा इन्नी कैलकुलेशन। तो चलो नेक्स्ट क्वेश्चन से चलते हैं। 27 फाइंड द लोएस्ट कॉमन मल्टीपल ऑफ एलसीएम पता करना। मजाक है क्या? 34 45 एंड 50 का एलसीएम। देखो बेसिक मैथड की हैगा, बेसिक मैथड हर कोई दस देगा, मैं थोड़ा लॉजिक दसदा। पहला बेसिक मैथड देख लो, बेसिक मैथड यही है 34 45 50, 2 के टेबल से जाएगा 7 45 पूरे 25। ठीक है, फिर उस तो बाद 3 के टेबल से कट देना, 5 के टेबल से सारा इवें कर लेना, कॉमन मैथड हैगा। ठीक है, मैं एक करान नहीं बैठा। ठीक है, लॉजिक मैथड देखो, लॉजिकल की हैगा, एलसीएम की होंदा लीस्ट कॉमन मल्टीपल। 34 45 ਤੇ 50 ਦਾ ਲੀਸਟ ਕਾਮਨ ਮਲਟੀਪਲ ਕਿਹੜਾ ਹੋਏਗਾ? ਧਿਆਨ ਨਾਲ ਸਮਝਣਾ, ਜੋ ਵੀ ਨੰਬਰ ਇਹਨਾਂ ਦਾ ਐਲਸੀਐਮ ਹੋਏਗਾ ਉਹ ਇਹਨਾਂ ਦੇ ਟੇਬਲ ਤੇ ਜ਼ਰੂਰ ਜਾਏਗਾ,
ਜਿਵੇਂ ਫੋਰ ਐਗਜ਼ਾਮਪਲ ਮੈਂ ਕਹਾਂ ਕਿ ਰਾਜੇ ਦੱਸੋ 2 ਤੇ 3 ਦਾ ਐਲਸੀਐਮ ਕੀ ਹੋਏਗਾ, ਤੁਸੀਂ ਕਹੋਗੇ ਸਰ 6। 2 ਤੇ 3 ਦਾ ਐਲਸੀਐਮ ਕੀ ਹੋਏਗਾ 6। 2 ਤੇ 3 ਦਾ ਜਿਹੜਾ ਵੀ ਐਲਸੀਐਮ ਹੋਏਗਾ ਉਹ 2 ਦੇ ਟੇਬਲ ਤੇ ਜਾਏਗਾ, 6 ਜਿਹੜਾ ਹੈਗਾ 2 ਦੇ ਟੇਬਲ ਤੇ ਜਾਂਦਾ ਹੈ, ਯੈਸ। 6 ਜਿਹੜਾ ਹੈਗਾ 3 ਦੇ ਟੇਬਲ ਤੇ ਜਾਏਗਾ, ਯੈਸ, ਟੇਬਲ ਤੇ ਜ਼ਰੂਰ ਜਾਏਗਾ। ਜੇ ਐਲਸੀਐਮ ਹੈਗਾ ਤਾਂ ਉਸ ਦੇ ਟੇਬਲ ਤੇ ਜ਼ਰੂਰ ਜਾਏਗਾ, ਕਿਉਂਕਿ ਲੀਸਟ ਕਾਮਨ ਮਲਟੀਪਲ ਹੈਗਾ ਤਾਂ ਹੀ ਤਾਂ ਟੇਬਲ ਤੇ ਜਾ ਰਿਹਾ, ਠੀਕ ਹੈ। ਤਾਂ 34, 45 ਤੇ 50 ਦਾ ਜੋ ਵੀ ਐਲਸੀਐਮ ਹੋਏਗਾ ਉਹ 34 ਦੇ ਟੇਬਲ ਤੇ ਵੀ ਜਾਏਗਾ, 45 ਦੇ ਟੇਬਲ ਤੇ ਵੀ ਜਾਏਗਾ, 50 ਦੇ ਟੇਬਲ ਤੇ ਵੀ ਜਾਏਗਾ। ਕਰੈਕਟ ਔਰ ਨੋਟ? ਕਰੈਕਟ। 34 ਜਿਹੜਾ ਹੈਗਾ 34 ਕੀ ਹੁੰਦਾ 17 ਗੁਣਾ 2। 34 ਕੀ ਹੁੰਦਾ 17 ਗੁਣਾ 2। ਜਿਹੜਾ ਵੀ ਨੰਬਰ 34 ਦੇ ਟੇਬਲ ਤੇ ਜਾਏਗਾ ਉਹ 17 ਦੇ ਟੇਬਲ ਤੇ ਵੀ ਜਾਏਗਾ, ਯੈਸ ਔਰ ਨੋ? ਯੈਸ। ਹੁਣ ਕੋਈ ਇਵੇਂ ਤਾਂ ਪੋਸੀਬਲ ਹੀ ਨਹੀਂ ਹੈ ਕਿ ਕੋਈ ਨੰਬਰ 34 ਦੇ ਟੇਬਲ ਤੇ ਜਾ ਰਿਹਾ ਬਟ 17 ਦੇ ਟੇਬਲ ਤੇ ਨਹੀਂ ਜਾ ਰਿਹਾ, ਇਹ ਤਾਂ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈ। ਜੇ ਉਹ 34 ਦੇ ਟੇਬਲ ਤੇ ਜਾਏਗਾ 17 ਦੇ ਟੇਬਲ ਤੇ ਵੀ ਜਾਏਗਾ। ਤਾਂ ਇਹਨਾਂ ਵਿੱਚ ਚੈੱਕ ਕਰ ਲਓ ਕਿਹੜਾ ਨੰਬਰ ਹੈਗਾ ਜਿਹੜਾ 17 ਦੇ ਟੇਬਲ ਤੇ ਆਂਦਾ ਹੈਗਾ ਜਾਂ 17 ਨਾਲ ਡਿਵਾਈਡ ਹੋ ਸਕਦਾ ਹੈਗਾ। 17 ਨਾਲ ਡਿਵਾਈਡ ਹੋਏਗਾ ਮਤਲਬ 34 ਨਾਲ ਡਿਵਾਈਡ ਹੋਏਗਾ, ਮਤਲਬ ਉਸਦਾ ਉਹ ਐਲਸੀਐਮ ਹੋ ਸਕਦਾ ਹੈਗਾ। 7200 ਕਦੇ ਵੀ 17 ਨਾਲ ਡਿਵਾਈਡ ਨਹੀਂ ਹੋਏਗਾ, ਇਹ ਐਲਸੀਐਮ ਭੁੱਲ ਜਾਓ। 84 ਵੀ ਕਦੇ ਵੀ 17 ਨਾਲ ਡਿਵਾਈਡ ਨਹੀਂ ਹੁੰਦਾ। 765 ਨੂੰ ਤੁਸੀਂ 17 ਨਾਲ ਡਿਵਾਈਡ ਕਰਕੇ ਦੇਖੋ, ਠੀਕ ਹੈ। 17 ਚੌਕੇ 68, 85, 17 ਪੰਜੇ 85, हाँ 0 हो रहा लग जाएगा, ठीक है। मतलब 765 डिवाइड हो रहा है, 785 ਨੂੰ ਕਰਕੇ ਦੇਖ ਲਓ, क्या पता ए भी हो जाए। ਜੇ ए हो जाएगा तो बाकी ਅੱਗੇ ਕਰਨਾ ਪਏਗਾ। 17 6 68 105 ਨਹੀਂ, ਇਹ ਡਿਵਾਈਡ ਨਹੀਂ ਹੁੰਦਾ, ਤਾਂ ਇਹ ਵੀ ਡਿਵਾਈਡ ਨਹੀਂ ਹੋ ਰਿਹਾ। 17 ਦੇ ਟੇਬਲ ਤੇ ਕੱਲਾ ਆਪਸ਼ਨ ਏ ਜਾ ਰਿਹਾ, ਮਤਲਬ ਕੱਲਾ ਆਪਸ਼ਨ ਏ ਹੀ ਐਲਸੀਐਮ ਹੋ ਸਕਦਾ। ਤੁਸੀਂ ਕਰਕੇ ਦੇਖ ਲੈਣਾ, ਆਪਸ਼ਨ ਏ ਹੀ ਆਏਗਾ, ਠੀਕ ਹੈ। ਇਸ ਨੂੰ ਕਹਿੰਦੇ ਨੇ ਆਪਸ਼ਨ ਐਲੀਮੀਨੇਸ਼ਨ ਮੈਥਡ, ਠੀਕ ਹੈ। ਸ਼ਾਰਟਕਟ ਕਹਿ ਲਓ, ਇਹੀ ਸ਼ਾਰਟਕਟ ਹੁੰਦੇ ਜਿਹੜੇ ਆਪਾਂ ਕਹਿੰਦੇ ਨੇ ਸਰ ਸ਼ਾਰਟ ਟ੍ਰਿਕ ਦੱਸੋ, ਇਹ ਸ਼ਾਰਟ ਟ੍ਰਿਕ ਕੀ ਹੈ। ਬਸ ਇਸ ਸ਼ਾਰਟ ਟ੍ਰਿਕ ਲਈ ਨਾ ਤੁਹਾਨੂੰ ਇੱਕ ਕਸ਼ਟ ਕਰਨਾ ਪਏਗਾ, ਠੀਕ ਹੈ। ਕਸ਼ਟ ਕੀ ਕਰਨਾ ਪਏਗਾ, 1 ਤੋਂ ਲੈ ਕੇ 20 ਤੱਕ ਦੇ ਟੇਬਲ ਯਾਦ ਕਰ ਲਓ, 1 ਤੋਂ ਲੈ ਕੇ 30 ਤੱਕ ਦੇ ਸਕੁਆਇਰ ਯਾਦ ਕਰ ਲਓ, 1 ਤੋਂ ਲੈ ਕੇ 20 ਤੱਕ ਦੇ ਕਿਊਬ ਯਾਦ ਕਰ ਲਓ। ਇੰਨਾ ਯਾਦ ਕਰ ਲਓ, ਆਟੋਮੈਟਿਕਲੀ ਕੈਲਕੂਲੇਸ਼ਨ ਈਜ਼ੀ ਹੋ ਜਾਏਗੀ। ਜੇ ਇੰਨਾ ਨਹੀਂ ਕਰ ਸਕਦੇ ਤਾਂ ਆਮ ਸੌਰੀ, ਤੁਸੀਂ ਸਬ ਇੰਸਪੈਕਟਰ ਬਣਨ ਦੇ ਲਾਇਕ ਨਹੀਂ ਹੋ, ਠੀਕ ਹੈ। ਟੇਬਲ ਨਹੀਂ ਆਉਂਦੇ ਯਾਰ, ਤੁਸੀਂ ਕੀ ਸਬ ਇੰਸਪੈਕਟਰ ਬਣ ਜਾਓਗੇ, ਕਰ ਕੀ ਲਓਗੇ ਸਬ ਇੰਸਪੈਕਟਰ ਬਣ ਕੇ, ਠੀਕ ਹੈ। ਤਾਂ ਇਹ ਕੜਵੀ ਸੱਚਾਈ ਹੈਗੀ, ਜੇ ਤੁਹਾਨੂੰ ਇੰਨੀ ਕੈਲਕੂਲੇਸ਼ਨ ਨਹੀਂ ਆਉਂਦੀ ਤਾਂ ਨਹੀਂ ਬਣਨਾ, ਕੁਝ ਨਹੀਂ ਬਣਨਾ, ਠੀਕ ਹੈ। ਤਾਂ ਭੁੱਲ ਜਾਓ, ਰਹਿਣ ਦਿਓ, ਛੱਡ ਦਿਓ, ਪੂਰੀ ਵੀਡੀਓ ਕੈਂसिल ਕਰ ਦਿਓ, ਠੀਕ ਹੈ। ਦਿਲ ਤੇ ਨਾ ਲੈਣਾ, ਇਹ ਸੱਚਾਈ ਹੈਗੀ। क्लियर? चलते अगले क्वेश्चन से, स्क्रीनशॉट ले लेना, एक सेकंड स्क्रीनशॉट ले लो, ठीक है। 28th, the least number which should be added to 2014 so that the sum is exactly divisible by 3, 4, 5 and 6। 2014 ਵਿੱਚ ਮੈਂ ਕਿਹੜਾ ਛੋਟੇ ਵਾਲਾ ਨੰਬਰ, ਦਾ ਲੀਸਟ ਨੰਬਰ ਵਿਚ ਸ਼ੁੱਡ ਬੀ ਐਡਿਡ, ਹਾਂ ਰੇਟਿੰਗ ਤਾਂ ਦਿੱਤੀ ਨਹੀਂ ਆਪਾਂ ਨੇ, ਇਹ ਵਾਲੇ ਕੁਐਸਚਨ ਨੂੰ ਮੈਂ ਟ੍ਰਿਕੀ ਕੁਐਸਚਨ ਸੀਗਾ, ਤਾਂ ਇਸ ਨੂੰ ਆਪਾਂ ਕਹਿ ਸਕਦੇ ਹਾਂ ਯਾਰ 2 ਸਟਾਰ ਆਊਟ ਆਫ 5 ਰੇਟਿੰਗ, ਠੀਕ ਹੈ। ਇਸ ਨੂੰ ਦੇਖਦੇ, ਇਹ ਤਾਂ ਹੈ ਹੀ ਨਹੀਂ ਕੁਝ ਕੁਐਸਚਨ ਲੈਵਲ ਦਾ ਹੀ ਨਹੀਂ ਹੈ। 2014 ਵਿੱਚ ਕਿਹੜਾ ਲੀਸਟ ਨੰਬਰ ਮੈਂ ਐਡ ਕਰਾਂ, ਦਾ ਲੀਸਟ ਨੰਬਰ ਵਿਚ ਸ਼ੁੱਡ ਬੀ ਐਡਿਡ ਟੂ 2014 ਸੋ ਦੈਟ ਦਾ ਸਮ ਇਜ਼ ਐਗਜ਼ੈਕਟਲੀ ਡਿਵੀਜ਼ਲ ਬਾਈ 3, 4, 5 ਐਂਡ 6। ਦੇਖੋ ਆਪਸ਼ਨ ਏ ਪਿਕ ਕਰ ਲਓ, 2014 ਵਿੱਚ ਜੇ ਮੈਂ 33 ਐਡ ਕਰੂੰਗਾ ਤਾਂ ਕੀ ਬਣ ਜਾਏਗਾ, 4 3 7 3 1 4। देखो 4 जमा 3 उरे कितना आ गया 7, उरे 7 आ गया, देखते ही मैं ऑप्शन ए ਨੂੰ कैंसिल कर दूंगा, क्यों? क्योंकि 4 जमा 3 ਹੁੰਦਾ 7, 7 ਕਦੇ ਵੀ 5 ਨਾਲ ਡਿਵਾਈਡ ਨਹੀਂ ਹੋਏਗਾ, ਠੀਕ ਹੈ। ਤਾਂ ਆਪਸ਼ਨ ਏ ਤਾਂ ਹੋ ਨਹੀਂ ਸਕਦਾ। 2014 ਆਪਸ਼ਨ ਬੀ ਲੈ ਲਓ 27, 7 ਜਮਾ 4 11, ਉਰੇ ਕਿੰਨਾ ਆ ਗਿਆ 1, ਅੱਗੇ ਜੋ ਮਰਜ਼ੀ ਆਏ ਮੈਨੂੰ ਮਤਲਬ ਨਹੀਂ, ਇਸ ਨੰਬਰ ਤੋਂ ਮਤਲਬ ਹੈਗਾ, ਉਰੇ 1 ਆ ਗਿਆ, ਇਸ ਦਾ ਮਤਲਬ ਕੀ ਹੋਇਆ ਕਿ ਏ ਵੀ 5 ਨਾਲ ਡਿਵਾਈਡ ਨਹੀਂ ਹੋਏਗਾ, ਇਸ ਨੂੰ ਵੀ ਕੱਟ ਕਰ ਦੋ, ਠੀਕ ਹੈ। 2014 26 ਐਡ ਕਰੋਗੇ ਤਾਂ ਕਿੰਨਾ ਬਣੇਗਾ 6 4 10 0 1 2 4, ਹਾਂ ਇਹ ਡਿਵਾਈਡ ਹੋ ਸਕਦਾ 5 ਨਾਲ। ਤਾਂ ਹਜੇ ਰੁਕ ਜਾਓ, ਚੌਥਾ ਆਪਸ਼ਨ ਵੀ ਚੈੱਕ ਕਰ ਲਓ, 2014 31, 4 ਜਮਾ 1 5 3 1 4 0 45। ਦੇਖੋ ਇਹ ਦੋਨੋਂ ਆਪਸ਼ਨ 5 ਨਾਲ ਡਿਵਾਈਡ ਹੋ ਰਹੇ ਨੇ, ਬਟ 3 4 5 6 ਇਹਨਾਂ ਸਾਰੇ ਨਾਲ ਡਿਵਾਈਡ ਹੋਣੇ ਚਾਹੀਦੇ। ਇਹ ਵਾਲਾ ਨੰਬਰ 5 ਨਾਲ ਤਾਂ ਡਿਵਾਈਡ ਹੋ ਜਾਏਗਾ, ਕਿਆ ਇਹ 4 ਨਾਲ ਡਿਵਾਈਡ ਹੋਏਗਾ? ਨਹੀਂ ਹੁੰਦਾ, ਕਿਉਂ? 4 ਇੱਕ ਈਵਨ ਨੰਬਰ ਹੈਗਾ, ਇਹ ਇੱਕ ਔਡ ਨੰਬਰ ਹੈਗਾ, ਕਦੇ ਵੀ ਕੋਈ ਈਵਨ ਨੰਬਰ ਔਡ ਨੰਬਰ ਨੂੰ ਡਿਵਾਈਡ ਨਹੀਂ ਕਰਦਾ, ਤਾਂ 31 ਵੀ ਆਪਣਾ ਆਨਸਰ ਨਹੀਂ ਹੋਏਗਾ। ਅੱਖਾਂ ਮੀਚ ਕੇ 26 ਤੇ ਟਿਕ ਲਾ ਦੇਣਾ, ਕਲੀਅਰ। ਤਾਂ ਇਸ ਨੂੰ ਅਗੇਨ ਆਪਾਂ 2 ਸਟਾਰ ਦਵਾਂਗੇ 5 ਵਿੱਚੋਂ, ਕਿਉਂਕਿ ਇਹ ਬੱਚਾ ਵੀ ਕਰ ਸਕਦਾ ਯਾਰ, ਜਿਹੜੇ ਕੁਐਸਚਨ ਬੱਚੇ ਕਰ ਸਕਦੇ 4th 5th ਸਟੈਂਡਰਡ ਕਲਾਸ ਦੇ, ਉਹ ਕਾਹਨੂੰ ਫਿਰ ਮਤਲਬ ਸਬ ਇੰਸਪੈਕਟਰ ਕਿਆ ਲੈਵਲ ਰਹੀ ਕੀ ਹੈਗਾ ਐਗਜ਼ਾਮ ਦਾ ਫਿਰ, ਠੀਕ ਹੈ। ਤਾਂ ਸਕਰੀਨਸ਼ਾਟ ਲੈ ਲਓ, ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਨੇ।
9th, Rohan wants to store 1,20,000 लीटर ऑफ ऑयल। इन्ना तेल आ कित्थों गया? ये शेक शूक ਤਾਂ ਨਹੀਂ ਕੋਈ, ਠੀਕ ਹੈ। ਰੋਹਨ ਕੋਲੇ ਕੀ ਹੈਗਾ? ਰੋਹਨ ਵਾਂਟਸ ਟੂ ਸਟੋਰ, ਇਹਨੇ ਸਟੋਰ ਕਰਨਾ ਹੈ 1,20,000 ਲੀਟਰ ਤੇਲ, ਠੀਕ ਹੈ। So he bought a conical oil tank of a diameter 7 meter and height of 9 meter to store oil. Find how many liter of oil will be left after filling the whole tank. मोहन कोले, मोहन ही ना रोहन है, रोहन कोले 1,20,000 लीटर तेल हैगा। इन्ना तेल है, इन्ना तेल मैनू मिल जाए कानून तैयारी करे बंदा फिर सरकारी नौकरी दी, ठीक है। इन्ना तेल हैगा, उस तेल नू स्टोर करन लई उन्हें की कीता, एक कोनिकल टैंक, देखो कोनिकल टैंक, कोनिकल टैंक की होएगा? इस शेप का होएगा, ठीक है। कोनिकल टैंक, इसनू स्टोर कर ली उन्हें, एक कोनिकल टैंक मंगाया, ठीक है। उसका डायामीटर कितना? 7। जे कोनिकल टैंक का डायामीटर 7 होएगा तो रेडियस कितना हो जाएगा? इसका हाफ, 7/2 मीटर। हाइट कितनी हैगी है? 9। कोनिकल टैंक की हाइट हैगी है 9 मीटर, ठीक है। रेडियस 7/2, हाइट 9। ਇਹਦੇ ਵਿੱਚ ਜਿੰਨਾ ਵੀ ਤੇਲ ਆਏਗਾ ਸਟੋਰ ਕਰ ਲੇਗਾ। ਉਸ ਤੋਂ ਬਾਅਦ ਆਪਾਂ ਨੇ ਦੱਸਣਾ ਕੀ ਹੈਗਾ? ਹਾਊ ਮੈਨੀ ਲੀਟਰਸ ਆਫ ਆਇਲ ਵਿਲ ਬੀ ਲੈਫਟ ਆਫਟਰ ਫਿਲਿੰਗ ਦਾ ਹੋਲ ਟੈਂਕ। ਪੂਰੇ ਟੈਂਕ ਭਰਨ ਤੋਂ ਬਾਅਦ ਕਿੰਨੇ ਲੀਟਰ ਤੇਲ ਬਚ ਜਾਏਗਾ, ਕਿੰਨੇ ਲੀਟਰ ਤੇਲ ਆਪਣੇ ਕੋਲੇ ਬਚ ਜਾਏਗਾ। ਚੈੱਕ ਕਰਦੇ ਹਾਂ। ਟੈਂਕ ਭਰਨਾ ਹੈਗਾ, ਮਤਲਬ ਆਪਾਂ ਨੇ ਕੀ ਕੱਢਣਾ? ਵੋਲਿਊਮ। ਵੋਲਿਊਮ, ਕੋਨ ਦਾ ਵੋਲਿਊਮ ਕੀ ਹੁੰਦਾ? ਮੈਂ ਲਿਖਵਾਇਆ ਸੀਗਾ ਮੈਂਸੂਰੇਸ਼ਨ ਦੀ, ਜੇ ਤੁਸੀਂ ਪਲੇਲਿਸਟ ਦੇਖੀ ਹੋਣੀ ਤਾਂ ਤੁਹਾਨੂੰ ਪੂਰਾ ਪਤਾ ਹੋਣਾ। ਕੋਨ ਦਾ ਵੋਲਿਊਮ ਕੀ ਹੁੰਦਾ? 1/3 ਪਾਈ ਆਰ ਸਕੁਆਇਰ ਐਚ, 1/3। ਪਾਈ ਦੀ ਵੈਲਿਊ ਹਮੇਸ਼ਾ 22/7 ਲੈਂਦੇ, ਸਟੈਂਡਰਡ है। आर स्क्वायर मतलब आर 2 बार है, यानी 7/2, 7/2 2 बार आएगा। हाइट कितनी है? 9। 2 ਦੇ ਟੇਬਲ ਤੇ ਜਾਏਗਾ 11, येलो नाल कट, 2 ਦੇ ਟੇਬਲ ਤੇ ਜਾਏਗਾ 11, 7 ਨਾਲ 7 ਕੱਟ ਜਾਏਗਾ, 3 ਦੇ ਟੇਬਲ ਤੇ ਜਾਏਗਾ ਇਹ 3। ਇਹ ਆਏਗਾ 7 × 21, 21 ਨੂੰ 11 ਨਾਲ ਮਲਟੀਪਲਾਈ ਕੀਤਾ 231/2, ਇਹ ਆਏਗਾ 21 2 1 3, हाँ 231/2 मीटर क्यूब। ਇੰਨਾ ਵੋਲਿਊਮ ਆ ਗਿਆ। ਬਟ ਆਪਾਂ ਨੇ ਲੀਟਰ ਵਿੱਚ ਸਟੋਰ ਕਰਨਾ ਹੈਗਾ। ਜਦੋਂ ਮੈਂਸੂਰੇਸ਼ਨ ਦੀ ਪਲੇਲਿਸਟ ਤੁਸੀਂ ਦੇਖੀ ਹੋਣੀ ਤਾਂ ਉਹਦੇ ਵਿੱਚ ਮੈंने ਦੱਸਿਆ ਸੀਗਾ ਕਿ 1 ਮੀਟਰ ਕਿਊਬ ਵਿੱਚ 1000 ਲੀਟਰ ਹੁੰਦਾ ਹੈਗਾ। ਜੇ ਤੁਹਾਡਾ ਵੋਲਿਊਮ 1 ਮੀਟਰ ਕਿਊਬ ਆ ਗਿਆ, 1 ਮੀਟਰ ਕਿਊਬ ਦਾ ਮਤਲਬ, ਧਿਆਨ ਨਾਲ ਸਮਝਣਾ, 1 ਮੀਟਰ ਕਿਊਬ ਦਾ ਮਤਲਬ ਕਿੰਨਾ ਹੁੰਦਾ ਹੈਗਾ? ਪਰ ਲੀਟਰ 231/2 ਮੀਟਰ ਕਿਊਬ ਦਾ ਮਤਲਬ ਕਿੰਨਾ ਹੋਏਗਾ? 231/2 ਨੂੰ 1000 ਨਾਲ ਮਲਟੀਪਲਾਈ ਕਰ ਦੋ, 1000 ਨਾਲ ਮਲਟੀਪਲਾਈ ਕਰਤਾ। ਹੁਣ ਇਹਦੀ ਕਟਿੰਗ ਕਰ ਦੋ। 1 ਮੀਟਰ ਕਿਊਬ ਵਿੱਚ 1000 ਲੀਟਰ ਹੁੰਦਾ, 231/2 ਮੀਟਰ ਕਿਊਬ ਆਪਣਾ ਵੋਲਿਊਮ ਆ ਗਿਆ ਟੈਂਕ ਦਾ, ਤਾਂ 1000 ਨਾਲ ਮਲਟੀਪਲਾਈ ਕਰ ਦਾਂਗੇ। 2 ਦੇ ਟੇਬਲ ਤੇ ਜਾਏਗਾ 500, 231 ਨੂੰ 500 ਨਾਲ ਮਲਟੀਪਲਾਈ, 5 × 5 5 × 15, 1 5 2 10 11 00, 1,15,500 ਲੀਟਰ ਆਏਗਾ। ਟੈਂਕ ਵਿੱਚ ਕਿੰਨਾ तेल आ जाएगा? 1,15,500 लीटर। रिमेनिंग ऑयल लेफ्ट, ठीक है। ऑयल कितना बच गया? ਉਹਦੇ ਕੋਲ ਕਿੰਨਾ ਸੀਗਾ? 1,20,000 ਸੀਗਾ, ਮਾਈਨਸ ਕਰ ਦੋ 1,15,500, ਕਿਉਂਕਿ ਇੰਨਾ ਤਾਂ ਉਹਨੇ ਪਾ ਦਿੱਤਾ ਟੈਂਕ ਵਿੱਚ। ਕਿੰਨਾ ਰਹੇਗਾ? 1,20,000 ਵਿੱਚੋਂ 1,15,500 ਮਾਈਨਸ ਕਰ ਦੋ, 4500 ਲੀਟਰ ਆ ਜਾਏਗਾ। ਕਿੰਨਾ ਤੇਲ ਬਚ ਜਾਏਗਾ ਉਹਦੇ ਕੋਲੇ? 4500 लीटर तेल बच जाएगा। ऑप्शन बी आ जाएगा, 4500 लीटर तेल बच गया। इन्ना तेल ही दे दो यार, यही बेच के कुछ कमा लांगे, ठीक है। स्क्रीनशॉट ले लो, बढ़िया क्वेश्चन सीगा। हाँ, इसनों आप कह सकते हैं कि यार हाँ ये लेवल का क्वेश्चन है, 3 स्टार आउट ऑफ 5। ये नहीं कर सकता 4th 5th स्टैंडर्ड का बच्चा, ये 10th स्टैंडर्ड का बच्चा कर सकता है, क्योंकि 10th स्टैंडर्ड की CBSE बुक में देखोगे ऐसे क्वेश्चन मिल जाएंगे थानू, टफ नहीं हैगा, ठीक है। तो स्क्रीनशॉट ले लो। आप अगले क्वेश्चन से चलते हैं, लास्ट क्वेश्चन से, उस तो बाद सैशन ओवर कर देंगे। हाँ, Roy is attempting a question paper where he gets 3 marks for every correct answer and 1 marks is deducted for every wrong answer। जिवें तुसी भी सब इंस्पैक्टर का पेपर देता होना या दोगे तो सही क्वेश्चन करन ते 4 नंबर मिलेंगे, गलत क्वेश्चन करन ते 1 नंबर कट जाएगा। रॉय नू कितना मिल रहा? सही क्वेश्चन करन ते 3 नंबर मिल रहे ने, ते गलत करन ते कितना मिल रहा है? 1 नंबर कट रहा हैगा। सही करेगा तो 3 नंबर मिलेंगे, गलत करेगा तो 1 नंबर कट जाएगा, ठीक है। आफ्टर अटैम्प्टिंग 6 क्वेश्चन, कितने क्वेश्चन सीगे? 60 क्वेश्चन सीगे। 60 क्वेश्चन अटैम्प्ट करने तो बाद रॉय सी दैट हिज टोटल मार्क्स इज 100। ਉਹਦੇ टोटल मार्क्स कितने बने? 100।
फाइंड द नंबर ऑफ क्वेश्चन ही आंसर्ड इनकरेक्टली, किन्ने क्वेश्चन होंगे जेड़ा रॉय गलत करेगा। तो देखो क्वेश्चन किन्ने 60, आप मान लेंगे उरे करेक्ट प्लस इनकरेक्ट माइनस, ठीक है। पूछा कि किन्ने क्वेश्चन वो इनकरेक्ट करेगा, मार्क्स किन्ने ने ओदे, मार्क्स किन्ने ने 100 मार्क्स ने, सही करन ते 3 नंबर मिलते हैं, गलत करन ते 1 नंबर मिलते हैं, ठीक है। तो इत्थे ना एक इक्वेशन बनेगी, मैं इक्वेशन नहीं बनाऊंगा, ठीक है, तुसी कमेंट सैक्शन में पूछना भी ना इक्वेशन बना ली, क्योंकि इक्वेशन बना के सॉल्व करना होंदा तो फिर मैं करवांदा ही नहीं, ठीक है, क्योंकि फिर फायदा नहीं ना करवांदा। अपन एक मैंने स्टार्टिंग में दस्या सीगा, ਆਪਾਂ ਇਹ ਪਲੇਲਿਸਟ ਜਿਹੜੀ ਹੈਗੀ ਸਬ ਇੰਸਪੈਕਟਰ ਦੀ ਪ੍ਰੀਵੀਅਸ ਈਅਰ ਕੁਐਸਚਨ ਟੌਪ ਤੇ ਟ੍ਰਿਕੀ ਲੈਵਲ ਵਿੱਚ ਕਰਾਂਗੇ, ਤਾਂ ਕਿ ਕੋਈ ਐਗਜ਼ਾਮੀਨਰ ਮਤਲਬ ਕਿਤੇ ਵੀ ਤੁਹਾਨੂੰ ਇਹ ਲੈਵਲ ਨਾ ਮਿਲੇ। ਬਸ ਪੰਜਾਬ ਵਿੱਚ ਜੇ ਤੁਸੀਂ ਪੰਜਾਬ ਪੁਲਿਸ ਦਾ ਪ੍ਰੀਵੀਅਸ ਈਅਰ ਦੇਖ ਰਹੇ ਹੋ ਤਾਂ ਤੁਹਾਨੂੰ ਇਹ ਲੈਵਲ ਕਿਤੇ ਵੀ ਨਾ ਮਿਲੇ, ਇਸ ਲੈਵਲ ਨੂੰ ਟੱਚ ਕਰਕੇ ਰੱਖਣਾ ਹੈ ਆਪਾਂ ਨੇ, ਠੀਕ ਹੈ। ਤਾਂ ਆਪਾਂ ਬਿਨਾ ਐਕਸ ਲਿੱਤੇ ਕਰਨਾ ਹੈਗਾ। ਆਪਸ਼ਨ ਚੱਕੋ 25, ਜੇ ਉਹ 25 क्वेश्चन गलत देगा, ऑप्शन ए पिक कर रहा है मैं, जे मैं 25 क्वेश्चन गलत करूंगा तो सही कितने करूंगा 35, ठीक है। 35 क्वेश्चन सही कर रहे हो, एक क्वेश्चन सही करने से 3 नंबर मिलते हैं, तो कितने नंबर बनेंगे 35 गुना 3 105 नंबर मिलेंगे। एक क्वेश्चन गलत करने से 1 नंबर कटता, 25 क्वेश्चन गलत करने से कितने नंबर कटेंगे 25, तो टोटल 105 विचों 25 माइनस कर दो, कितना बन गया 80 बन गया। रॉय के कितने नंबर आए ने 100, मतलब ऑप्शन ए तो होएगा नहीं, ठीक है। ਹੁਣ ਜੇ 25 क्वेश्चन गलत ਕਰਨ ਤੇ ਹੀ ਇੰਨੇ ਨੰਬਰ ਘਟ ਗਏ ਤਾਂ 25 ਤੋਂ ਜ਼ਿਆਦਾ ਜਦੋਂ ਆਪਾਂ क्वेश्चन गलत ਕਰਾਂਗੇ ਤਾਂ ਹੋਰ ਨੰਬਰ ਘਟ ਜਾਣਗੇ। 25 क्वेश्चन गलत कर रहा ਤਾਂ 80 ਨੰਬਰ ਬਣ ਗਏ, ਜੇ 30 क्वेश्चन गलत कर देगा ਤਾਂ ਹੋਰ ਨੰਬਰ ਘਟ ਜਾਣਗੇ, ਜ਼ਿਆਦਾ क्वेश्चन गलत करोगे ਜ਼ਿਆਦਾ ਨੰਬਰ ਘਟ ਜਾਣਗੇ। ਤਾਂ 25 ਆਪਸ਼ਨ ਪੁੱਟ ਕੀਤੀ ਸੈਟੀਸਫਾਈਡ ਨਹੀਂ ਹੋਈ, 30 ਤਾਂ ਵੈਸੇ ਵੀ ਗਲਤ ਹੋ ਜਾਏਗੀ ਕਿਉਂਕਿ ਇਹ ਤਾਂ ਹੋਰ ਗਲਤ ਨਹੀਂ ਕਰ ਸਕਦਾ। ਮੈਨੂੰ ਨਾ ਆਪਸ਼ਨ ਸੀ ਜ਼ਿਆਦਾ ਸਹੀ ਲੱਗ ਰਿਹਾ, ਕਿਉਂਕਿ 25 ਗਲਤ ਕਰਨ ਤੇ 80 ਬਣ ਰਹੇ ਆ, ਜੇ ਮੈਂ 20 ਗਲਤ ਕਰੂੰਗਾ ਤਾਂ 100 ਦੇ ਨੇੜੇ ਤੇੜੇ ਪਹੁੰਚ ਜਾਊਂਗਾ। ਟਰਾਈ ਕਰਦੇ ਆ ਆਪਾਂ, ऑप्शन बी चेक करते हैं, मैं इसनू रब करन जा रहा, ऑप्शन बी चेक कर लें, सॉरी सी। जे मैं 20 क्वेश्चन गलत करूंगा तो सही कितने करूंगा 40, ठीक है। 40 क्वेश्चन सही करन ते एक क्वेश्चन सही करन ते 3 नंबर मिलते हैं, 40 क्वेश्चन सही करन ते कितने मिलेंगे 40 गुना 3 120 नंबर मिलेंगे, ठीक है। 40 क्वेश्चन सही करन ते 40 गुना 3 120 नंबर मिलेंगे। 20 क्वेश्चन एक क्वेश्चन गलत करने ते 1 नंबर कट जाता, 20 क्वेश्चन गलत करने ते कितने नंबर कटणगे 20 नंबर कटणगे, तो 120 विचों 20 माइनस कर दो, कितने नंबर बन गए 100। ओ माय गॉड, आंसर मैच कर गया, ऑप्शन सी। क्लियर, एक्स उक्स लेने की लोड़ नहीं हैगी है, ठीक। वैसे इसका एक तरीका भी हैगा मिक्सचर एलीगेशन वाला, वो करने की लोड़ नहीं हैगी, यही ज़्यादा बेटर है, ठीक है। ज़्यादा मिक्सचर एलीगेशन लगाने की लोड़ नहीं है, इसी तरीके नाल तुसी बाय ऑप्शन सैटिस्फाइड करवा देना, ज़्यादा वधिया रहेगा तो छेती आंसर आएगा। क्लीयर, तो तुसी इसका भी स्क्रीनशॉट ले लो, ठीक है। तो हुण भावें तुसी पॉज कर देना, ठीक है। मिलते हैं आप नैक्सट वीडियो में, उस दे विच आपां हैड कांस्टेबल का पेपर डिस्कस करांगे जिहड़ा 15 अक्टूबर नूं होया सीगा, उसदे भी 2 पार्ट, पार्ट 1 ते पार्ट 2 आपां डिस्कस करांगे, ठीक है। ओके क्लास, थैंक यू सो मच। जे तुहानूं वधिया लग्गिया होए तां शेयर जरूर कर देना, तुहाडा तां भला हो रिहा दूजिआं दा भी कर देना, ठीक है।